कर जिड़ावे, जो तो जाए तुरकन में महदीन के दीन इसे कह ल्यावे। आपे है बीच गने करता, करतार को भेद न को बतावे। हे मेरे मूर्ख मन, ਤੂੰ ਫਜ਼ੂਲ ਦੇ ਕਾਰਜਾਂ ਵਿੱਚ ਗਲਤਾਨ ਹੋ ਕੇ ਆਪਣੀ ਉਮਰ ਕਿਉਂ ਗਵਾ ਰਿਹਾ ਹੈ? ਬਲਕਿ ਤੂੰ ਆਪਣੀ ਉਮਰ ਵਿੱਚ ਵੀ ਪਰਮਾਤਮਾ ਨੂੰ ਆਪਣੇ ਅੰਦਰ ਯਾਦ ਰੱਖ ਤੇ ਉਹਦਾ ਸਿਮਰਨ ਕਰ, ਕਿਉਂਕਿ ਤੇਰੀ ਉਮਰ ਬੀਤਦੀ ਜਾ ਰਹੀ ਹੈ। ਮਨਾ, ਸੰਸਾਰ ਵਿੱਚ ਪੱਥਰ, ਮੜੀ, ਮਸਾਣੀ ਆਦਿ ਉੱਤੇ ਸਿਰ ਨਿਵਾਉਣ ਨਾਲ ਤੇਰੇ ਹੱਥ ਕੁਝ ਵੀ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਮਨਾ, ਪਰਮਾਤਮਾ ਨੂੰ ਚੇਤੇ ਕਰ, ਜਿਸ ਪਰਮਾਤਮਾ ਦਾ ਰਹੱਸ ਵੇਦ, ਕਿਤਾਬ ਆਦਿਕ ਧਰਮ ਗ੍ਰੰਥਾਂ ਨੇ ਵੀ ਪ੍ਰਾਪਤ ਨਹੀਂ ਕੀਤਾ। ਸੰਸਾਰ ਦੇ ਸਮੂਹ ਫਿਰਕੇ, ਜੋਗੀ, ਸੰਨਿਆਸੀ ਆਦਿਕ ਆਪੋ ਤਾਪੀ ਵਿੱਚ ਹੀ ਗਲਤਾਨ ਹਨ। ਸਭ ਇਹੀ ਕਹਿੰਦੇ ਹਨ ਕਿ ਸਾਡੀ ਹੀ ਪੂਜਾ ਕਰੋ। जो
रतशील शोभित अभय है। आदि अनील अनाद अनाहद, आप अद्वेख अभेद अभय है। रूप अरूप अरेख जरार्दन, दीन दयाल कृपाल भय है। आदि अद्वेख अभेख महाप्रभु, सत स्वरूप सुजोत प्रकाशी। पूर रहयो सब ही काट कै पट, तत समाध सुभाव प्रणासी। आदि जुगादि जगाद तू ही प्रभु, फैल रहियो सब अंतर वासी। दीन दयाल कृपाल कृपा कर, आदि अजोन अजय अविनाशी। ਗੁਰੂ ਸਾਹਿਬ ਨੇ ਖਾਲਸੇ ਦੇ ਲਕਸ਼ਣ ਬਾਰੇ ਬਿਆਨ ਕੀਤਾ ਹੈ ਕਿ ਜਿਹੜਾ ਇੱਕ ਅਕਾਲ ਪੁਰਖ ਦੀ ਜੋਤ ਨੂੰ ਮੰਨਦਾ ਹੈ, ਕਿਸੇ ਮੜੀ ਮਸਾਣੀ ਤੇ ਨਹੀਂ ਜਾਂਦਾ ਤੇ ਹੋਰ ਕਿਸੇ ਕਰਮ ਕਾਂਡ ਨੂੰ ਨਹੀਂ ਮੰਨਦਾ, ਉਹੀ ਖਾਲਸਾ ਅਤਿਅੰਤ ਸ਼ੁੱਧ ਖਾਲਸਾ ਹੈ। ਅਕਾਲ ਪੁਰਖ ਦਾ ਸਰੂਪ ਜੋ ਹਮੇਸ਼ਾ ਰਹਿਣ ਵਾਲਾ ਹੈ, ਜੋ ਰੂਪ ਰੰਗ ਰੇਖ ਤੋਂ ਨਿਆਰਾ ਹੈ, ਦਵੈਸ਼ ਅਤੇ ਡਰ ਤੋਂ ਬਿਨਾ ਹੈ, ਉਹ ਹੈ ਅਕਾਲ ਪੁਰਖ। ਮਹਾਪ੍ਰਭੂ ਅਕਾਲ ਪੁਰਖ ਜੋ ਰੂਪ ਰੰਗ ਤੋਂ ਨਿਆਰਾ ਹੈ, ਜਿਹਦੀ ਜੋਤ ਸਾਰਿਆਂ ਵਿੱਚ ਵਿਆਪਕ ਹੈ ਤੇ ਜਿਸ ਕਰਕੇ ਜਿਹੜੇ ਪੰਜ ਤੱਤਵ ਹਨ, ਧਰਤੀ ਆਕਾਸ਼ ਆਦਿਕ, ਜਿਹੜਾ ਸਭ ਨੂੰ ਬਣਾਉਣ ਵਾਲਾ ਹੈ ਅਤੇ ਸਭ ਨੂੰ ਨਾਸ਼ ਕਰਨ ਵਾਲਾ ਹੈ, ਉਹ ਅਕਾਲ ਪੁਰਖ ਦੀਨ ਦਿਆਲ ਅਤੇ ਕਿਰਪਾਲੂ ਹੈ। आदि अपेख अचित सदा प्रभु, वेद कथे बन भेद न पारो। दीन दयाल कृपाल कृपानिध, सत सदैव सब कट छायो। शेष सुरेश गणेश महेश, काहे फिरे श्रुत थाह न आयो। रे मन मूड अगुड़ ईसो प्रभु, कह कह काज कहो बिसरायो। अच्युत आदि अनिल अनाहद, सत स्वरूप सदैव बखाने। आदि अजोन अजाए जरा बिन, परम पुनीत परम परमाने। सिद्ध स्वयं प्रसिद्ध सबे जग, एक ही ठोर अनेक बखाने। रे मन रंग कलंक बिना हार, कह कह कारण तेना पछाने। अक्षर आदि अनिल अनाहद, सत सदैव तू ही करतारा। जीव जीते जल में थल में सब, कैसद पेट को पोखन हारा। वेद पुराण पुराण दुहु मिल, हाथ अनेक विचार विचारा। और जहान निदान कछु नहीं, ए सुबहान तू ही सिरदारा। ਹੇ ਮੇਰੇ ਮਨ, ਜਿਹੜਾ ਅਕਾਲ ਪੁਰਖ ਸਭ ਤੋਂ ਨਿਆਰਾ ਹੈ, ਜਿਹਦਾ ਭੇਦ ਨਾ ਬੇਦਾਂ ਨੇ ਨਾ ਕਤੇਬਾਂ ਨੇ ਪ੍ਰਾਪਤ ਕੀਤਾ ਹੈ, ਸ਼ੇਸ਼ ਸੁਰੇਸ਼ ਗਣੇਸ਼ ਆਦਿਕ ਨੇ ਵੀ ਜਿਹਦਾ ਥਾਂ ਨਹੀਂ ਪਾਇਆ, ਹੇ ਮੂਰਖ ਮਨ, ਤੂੰ ਉਹਨੂੰ ਕਿਉਂ ਵਿਸਾਰਦਾ ਹੈ। ਹੇ ਮੇਰੇ ਕੰਗਲੇ ਮਨ, ਜਿਹੜਾ ਅਕਾਲ ਪੁਰਖ ਕਲੰਕ ਤੋਂ ਬਿਨਾ ਹੈ। ਹੇ ਮੇਰੇ ਕੰਗਲੇ ਮਨ, ਜਿਹੜਾ ਅਕਾਲ ਪੁਰਖ ਕਲੰਕ ਤੋਂ ਬਿਨਾ ਹੈ, ਜਿਹੜਾ ਸਭ ਦਾ ਮੋਢੀ ਹੈ, ਕਦੀ ਜਨਮ ਵਿੱਚ ਨਹੀਂ ਆਉਂਦਾ, ਜਿਸ ਨੂੰ ਬੁਢੇਪਾ ਨਹੀਂ ਆਉਂਦਾ, ਤੂੰ ਉਸ ਨਾਲ ਜੁੜ, ਉਸ ਨੂੰ ਵਿਸਾਰ ਨਾ। ਅਕਾਲ ਪੁਰਖ ਪਰਮੇਸ਼ਰ ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਹਰ ਇੱਕ ਦੇ ਅੰਦਰ ਵਿਆਪਕ ਹੈ ਤੇ ਸਭ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਮੇਰੇ ਮਨ,
ਐਸੇ ਅਚਰਜ ਪਰਮਾਤਮਾ ਨੂੰ ਯਾਦ ਕਰ, ਉਹਦਾ ਨਾਮ ਜਪ ਤੇ ਤੇਰਾ ਅੰਤ ਵੇਲੇ ਉਹੀ ਸਹਾਈ ਹੋਵੇਗਾ। आद अगाध अछेद अभेद अलेख अजय अनाहद जाना, भूत भविख भवान तू ही सब हूँ सब ठोरन मोह अनुमाना। देव अदेव मही धर नारद सारद सत सदैव पछाना। दीन दयाल कृपानिधि तो कछ वेद पुराण पुराण न जाना। सत सदैव स्वरूप सतवृत वेद कदेव तू ही उपजाय। देव अदेवन देव मही धर भूत भवान वही ठहराय। आद जुगाद अनील अनाहद लोक अलोक बिलोक न पायो। रे मन मूढ़ अगूढ़ ईसो प्रभु, तोहे कहो कहरान सुनायो। देव अदेव मही धर नागन सिद्ध प्रसिद्ध बड़ो तप कीनो। वेद पुराण पुराण सबे गुण गाए, थके पै तो जाए न चीनो। भूम आकाश पताल दिशा विदिशा जह सो सबके चित चीनो। पूर रही मैं मोह में मान, तै कह आन मुझे कह दीनो। ਦੀਨ ਦਿਆਲ ਕਿਰਪਾਨਿਧ ਪਰਮਾਤਮਾ ਜਿਹੜਾ ਭੂਤ ਕਾਲ, ਵਰਤਮਾਨ ਅਤੇ ਭਵਿੱਖਤ ਕਾਲ ਵਿੱਚ ਵਿਆਪਕ ਹੈ, ਜਿਸ ਦਾ ਭੇਦ ਨਾ ਕਿਸੇ ਨੇ ਪਾਇਆ ਹੈ ਨਾ ਕੋਈ ਪਾਵੇਗਾ। ਹੇ ਮੇਰੇ ਮੂਰਖ ਮਨ, ਐਸਾ ਅਕਾਲ ਪੁਰਖ ਪਰਮੇਸ਼ਰ ਜੋ ਪ੍ਰਸਿੱਧ ਹੈ, ਜਿਸ ਦਾ ਭੇਦ ਨਾ ਕਿਸੇ ਨੇ ਪਾਇਆ ਹੈ ਨਾ ਕੋਈ ਪਾਵੇਗਾ, ਅਤੇ ਜਿਹੜਾ ਅਕਾਲ ਪੁਰਖ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਤੱਕ ਜਸ਼ਨਦੀਪ ਸਿੰਘ ਜੀ ਜੁੜਦੇ ਨੇ ਤਦ ਤੱਕ ਆਪਾਂ ਜਾਪ ਦੀ ਸੇਵਾ ਆਰੰਭ ਕਰਦੇ ਹਾਂ ਜੀ। ਸੋ ਕਿਉਂਕਿ ਉਹਨਾਂ ਨੇ ਅੱਜ ਸੈਸ਼ਨ ਸੰਭਾਲਣਾ ਸੀ, ਸ਼ਾਇਦ ਉਹ ਅਜੇ ਜੁੜੇ ਨਹੀਂ ਹੈ। ਸੋ ਅੱਜ ਦੀ ਜਾਪ ਦੀ ਸੇਵਾ ਨਿਭਾਉਣਗੇ ਪ੍ਰਭਜੋਤ ਸਿੰਘ ਜੀ 15637 ਪਟਿਆਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ
सतनाम करता पुरख निरभव निर्वैर अकाल मूरत अजूनी सैभं गुर प्रसाद इक ओंकार सतनाम करता पुरख निरभव निर्वैर अकाल मूरत अजूनी सैभं गुर प्रसाद वाहेगुरु 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 जी का खालसा वाहेगुरु जी की फतेह। ਸੋ ਬਹੁਤ ਧੰਨਵਾਦ ਜੀ ਜਾਪ ਦੀ ਸੇਵਾ ਨਿਭਾਉਣ ਦੇ ਲਈ। ਸੋ ਹੁਣ ਕੀਰਤਨ ਦੀ ਸੇਵਾ ਦੀ ਆਰੰਭਤਾ ਕਰਦੇ ਹਾਂ ਜੀ। ਅੱਜ ਦੀ ਕੀਰਤਨ ਦੀ ਸੇਵਾ ਨਿਭਾਉਣਗੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀਵਨਜੋਤ ਕੌਰ ਜੀ 11481 ਰੋਪੜ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸੇ ਗੁਰ ਕੋ ਬਲ ਬਲ ਜਾਈਏ आप मुकत मोहे तारे। ऐसे गुर को बल बल जाइए आप मुकत मोहे तारे। नारायण नर पत नमस्कारे नारायण नर पत नमस्कारे। ऐसे गुर को बल बल जाइए आप मुकत मोहे तारे। ऐसे गुर को बल बल जाइए आप मुकत मोहे तारे। कवन 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 गुण कहिए अंत नहीं किछ पारे। ऐसे गुर को बल बल जाइए आप मुकत मोहे तारे। ऐसे गुर को बल बल जाइए आप मुकत मोहे तारे। लाख 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 संकोरे ओ है ऐसो विचारे। ऐसे गुर को बल बल जाइए आप मुकत मोहे तारे। ऐसे गुर को बल बल जाइए आप मुकत मोहे तारे। विषम 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 ही भैया लाल गुलाल रंगारे। ऐसे गुर को बल बल जाइए आप मुकत मोहे तारे। ऐसे गुर को बल बल जाइए आप मुकत मोहे तारे। कहो नानक संतन रस आया ज्यों चाख बिंगा मुस्तारे। ऐसे गुर को बल बल जाइए आप मुकत मोहे तारे। ऐसे गुर को बल बल जाइए आप मुकत मोहे तारे। आप मुकत मोहे तारे। आप मुकत मोहे तारे। वाहिगुरु जी का खालसा वाहिगुरु जी की फतेह। जी की फतेह जी। आप जी ने बहुत ही आनंदमय कीर्तन श्रवण करवाया जी। आप जी का बहुत बहुत धन्यवाद। सो आज साडा पहला सैशन लेन जा रहे हैं हरमीत सिंह जी जिन्हां दा विषय है जी पॉजिटिव एटीट्यूड। वाहिगुरु जी का खालसा वाहिगुरु जी की फतेह। समूह कैंप के विद्यार्थियों ਨੂੰ एजुकेट पंजाब प्रोजेक्ट फैमिली ਨੂੰ और खास तौर पे सरदार जसविंदर सिंह कोहली और भैन जसप्रीत कौर जिन्होंने आप जी के सन्मुख
ਵਿਚਾਰ ਰੱਖਣ ਦਾ ਮੌਕਾ ਦਿੱਤਾ। ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਸ਼ੁਰੂਆਤ ਕਰਦੇ ਹਾਂ, ਇੱਕ ਵਾਰ ਸਾਰੇ ਸ਼ੁਰੂਆਤ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਬੋਲਣ ਦਾ, ਉਹ ਹੈ ਪੋਜ਼ਿਟਿਵ ਐਟੀਟਿਊਡ, ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਸਕਾਰਾਤਮਕ ਰਵੱਈਆ। ਸਕਾਰਾਤਮਕ ਸ਼ਾਇਦ ਜਿਹੜੇ ਛੋਟੇ ਬੱਚੇ ਨੂੰ ਨਾ ਪਤਾ ਲੱਗੇ। ਸਕਾਰਾਤਮਕ ਤੋਂ ਭਾਵ ਹੈ ਚੰਗਾ, ਜਿਹੜਾ ਵਧੀਆ ਹੋਵੇ, ਚੰਗੇ ਪਾਸੇ ਜਾਣ ਵਾਲਾ, ਧਰਮ ਵਾਲੇ ਪਾਸੇ ਜਾਣ ਵਾਲਾ, ਜਾਂ ਕਹਿ ਲਓ ਚੰਗੀ ਸੋਚ, ਚੰਗੀ ਵਿਚਾਰ, ਉਹਨੂੰ ਕਹਿੰਦੇ ਪੋਜ਼ਿਟਿਵ ਐਟੀਟਿਊਡ। ਪੋਜ਼ਿਟਿਵ ਦੇ ਮੀਨਿੰਗ ਜਿਹੜੇ ਨੇ ਉਹ ਇੱਥੇ ਹੋਣਗੇ ਫੁੱਲ ਆਫ ਹੋਪ ਐਂਡ ਕੌਨਫੀਡੈਂਸ। ਤੁਸੀਂ ਪੜ੍ਹ ਰਹੇ ਹੋ ਸਕਰੀਨ ਤੇ, ਫੁੱਲ ਆਫ ਹੋਪ ਐਂਡ ਕੌਨਫੀਡੈਂਸ, ਭਾਵ ਆਸ ਵੀ ਹੋਵੇ ਤੇ ਆਪਣੇ ਆਪ ਤੇ ਕੌਨਫੀਡੈਂਸ ਵੀ ਹੋਵੇ, ਮਾਣ ਵੀ ਹੋਵੇ। ਔਰ ਐਟੀਟਿਊਡ ਦਾ ਮਤਲਬ ਹੁੰਦਾ ਹੈ ਸੈਟਲ ਵੇ ਆਫ ਥਿੰਕਿੰਗ, ਸੋਚਣ ਦਾ ਇੱਕ ਵਧੀਆ ਤਰੀਕਾ, ਜਾਂ ਕਿਸੇ ਚੀਜ਼ ਬਾਰੇ ਸੋਚਣ ਜਾਂ ਮਹਿਸੂਸ ਕਰਨ ਦਾ ਇੱਕ ਸੁਲਝਿਆ ਹੋਇਆ ਤਰੀਕਾ। ਹੁਣ ਉਹ ਸੁਲਝਿਆ ਹੋਇਆ ਤਰੀਕਾ ਸੋਚਣ ਦਾ, ਵਿਚਾਰਨ ਦਾ ਸਾਨੂੰ ਕੌਣ ਦਿੰਦਾ? ਸਿੱਖ ਦੀ ਜ਼ਿੰਦਗੀ ਵਿੱਚ ਇਹ ਤਰੀਕਾ ਦੇਣ ਵਾਲਾ ਹੈ ਗੁਰੂ। ਗੁਰੂ ਹੀ ਉਹਦੇ ਜੀਵਨ ਵਿੱਚ ਇਹ ਗੁਣ ਪੈਦਾ ਕਰ ਸਕਦਾ ਹੈ। ਸੋ ਅੱਜ ਅਸੀਂ ਪੋਜ਼ਿਟਿਵ ਐਟੀਟਿਊਡ ਤੇ ਕੁਝ ਇਤਿਹਾਸ ਦੀਆਂ ਉਦਾਹਰਨਾਂ, ਕੁਝ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਉਹਨਾਂ ਤੇ ਵਿਚਾਰ ਕਰਾਂਗੇ ਕਿ ਗੁਰਬਾਣੀ ਸਾਨੂੰ ਕਿਸ ਤਰ੍ਹਾਂ ਪੋਜ਼ਿਟਿਵ ਕਰਦੀ। ਐਟੀਟਿਊਡ ਨੈਗੇਟਿਵ ਵੀ ਹੋ ਸਕਦਾ ਹੈ, ਰਵੱਈਆ ਭਾਵ ਸਾਡਾ ਨੈਗੇਟਿਵ ਵੀ ਹੋ ਸਕਦਾ ਹੈ। ਜੀਵਨ ਦਾ ਰਵੱਈਏ ਤੋਂ ਹੀ ਸਾਡੀ ਪਹਿਚਾਣ ਆਉਂਦੀ ਵੀ ਸਾਡਾ ਜੀਵਨ ਦਾ ਰਵੱਈਆ ਕਿਹੋ ਜਿਹਾ, ਅਸੀਂ ਕਿਸ ਤਰ੍ਹਾਂ ਜੀਵਨ ਵਿੱਚ ਵਿਚਰ ਰਹੇ। ਔਰ ਜਦੋਂ ਅਸੀਂ ਸਿੱਖਾਂ ਦੇ ਜੀਵਨ ਨੂੰ ਦੇਖਾਂਗੇ ਤੇ ਉਹਨਾਂ ਦੇ ਰਵੱਈਏ ਤੋਂ ਸਾਨੂੰ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦਾ ਪਤਾ ਲੱਗਦਾ। ਤੋ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਅਸੀਂ ਐਟੀਟਿਊਡ ਦੀ ਗੱਲ ਕਰਦੇ ਹਾਂ, ਇੱਥੇ ਰਵੱਈਆ ਹੈ। ਰਵੱਈਏ ਤੋਂ ਭਾਵ ਹੈ ਰਹਿਣੀ। ਗੁਰਮਤਿ ਨੇ ਇਹਨੂੰ ਆਖਿਆ ਰਹਿਣੀ, ਜਿਹਨੂੰ ਅਸੀਂ ਇਹ ਵੀ ਕਹਿੰਦੇ ਵੀ ਬੜਾ ਸਿੰਘ ਜਿਹੜਾ ਕਰਨੀ ਵਾਲਾ ਹੈ ਜਾਂ ਰਹਿਣੀ ਵਾਲਾ, ਉਹਨੂੰ ਉੱਥੇ ਪੋਜ਼ਿਟਿਵ ਐਟੀਟਿਊਡ ਦਾ ਸਿੱਖ ਹੁੰਦਾ ਹੈ, ਜਿਹੜਾ ਰਹਿਣੀ ਵਾਲਾ ਜਾਂ ਕਰਨੀ ਵਾਲਾ ਹੈ। ਰਹਿਣੀ ਦੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਸੋਹਣੀ ਕੀਤੀ, ਔਰ ਅਸੀਂ ਸਾਰੇ ਪੜ੍ਹਦੇ ਸੁਣਦੇ ਵੀ। ਉੱਥੇ ਸਤਿਗੁਰੂ ਜੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਹੁਣ ਰਹਿਣੀ ਜਿਹੜੀ ਹੈ ਨਾ, ਇਹੀ ਹੈ ਗੁਰਮਤਿ ਵਿੱਚ ਪੋਜ਼ਿਟਿਵ ਐਟੀਟਿਊਡ। ਸਿੱਖ ਦੀ ਰਹਿਣੀ ਕਿਹੋ ਜਿਹੀ ਹੈ? ਤੋ ਰਹਿਣੀ ਰਹਿਤ ਬਣਦੀ। ਹੁਣ ਰਹਿਣੀ ਬਣੇਗੀ ਕਦੋਂ? ਮਨ ਦੇ ਵਿਚਾਰ ਅਨੁਸਾਰ ਜੀਵਨ ਬਣਦਾ ਹੈ। ਤੇ ਗੁਰੂ ਸਾਹਿਬਾਨ ਕੀ ਕਰਦੇ ਨੇ? ਸਾਡਾ ਮਨ ਦਾ ਵਿਚਾਰ ਗੁਰਬਾਣੀ ਦਾ, ਆਪਣੀਆਂ ਸਿੱਖਿਆਵਾਂ ਰਾਹੀਂ ਇੰਨਾ ਸੋਹਣਾ, ਇੰਨਾ ਸੁਚੱਜਾ ਬਣਾ ਦਿੰਦੇ ਕਿ ਸਾਡੀ ਰਹਿਣੀ ਸਵਰ ਜਾਂਦੀ ਹੈ। ਤੇ ਉਸ ਰਹਿਣੀ ਦੇ ਵਿੱਚ ਉਹ ਜੋ ਰਹਿਤ ਹੈ, ਰਹਿਤ ਕੀ ਹੈ? ਗੁਣਾਂ ਦਾ ਇਕੱਠ। ਜੋ ਗੁਣ ਸਾਨੂੰ ਗੁਰੂ ਬਖਸ਼ਦੇ ਨੇ, ਜਿਨ੍ਹਾਂ ਗੁਣਾਂ ਦੇ ਆਧਾਰ ਤੇ ਅਸੀਂ ਜੀਵਨ ਬਤੀਤ ਕਰਨਾ ਹੈ, ਉਹ ਚੰਗੇ ਗੁਣ, ਸ਼ੁਭ ਗੁਣ। ਉਹ ਸ਼ੁਭ ਗੁਣ ਜਿਹੜੇ ਨੇ ਉਹ ਸਾਡੀ ਰਹਿਣੀ ਵਿੱਚ ਆ ਜਾਂਦੇ ਨੇ। ਜਦੋਂ ਸਾਡੇ ਅੰਦਰ ਸ਼ੁਭ ਵਿਚਾਰ ਆਉਣਗੇ, ਸਾਡੀ ਰਹਿਣੀ ਚੰਗੀ ਬਣ ਜਾਂਦੀ ਹੈ। ਔਰ ਜਦੋਂ ਗੁਰਮਤ ਵਾਲੀ ਰਹਿਣੀ, ਗੁਰੂ ਵਾਲੀ ਰਹਿਣੀ ਬਣ ਜਾਂਦੀ ਹੈ, ਜਿਸ ਤਰ੍ਹਾਂ ਸਾਨੂੰ ਗੁਰੂ ਉਪਦੇਸ਼ ਦਿੰਦਾ ਰਹਿਣ ਦਾ, ਉੱਥੇ ਸਤਿਗੁਰੂ ਜੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ। ਉਹ ਮੇਰਾ ਸਿੱਖ ਆ ਜਿਹੜਾ ਰਹਿਣੀ ਵਿੱਚ ਆ। ਹਾਂ, ਪੋਜ਼ਿਟਿਵ ਐਟੀਟਿਊਡ ਵਾਲਾ। ਸ਼ਬਦਾਂ ਦਾ ਹੇਰ ਫੇਰ ਆ, ਪਰ ਗੁਰਮਤ ਦੇ ਸ਼ਬਦ ਹੋਰ ਵੀ ਵਧੀਆ ਹੈ। ਅਸੀਂ ਅੰਗਰੇਜ਼ੀ ਦੇ ਸ਼ਬਦ ਜ਼ਰੂਰ ਸਮਝ ਲੈਂਦੇ ਹਾਂ, ਪਰ ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਬੜੇ ਸ਼ਬਦ ਨੇ ਸਾਡੇ ਕੋਲ ਇਹੋ ਜਿਹੇ ਜਿਹੜੇ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਤੇ ਸਤਿਗੁਰੂ ਕਹਿੰਦੇ ਜਿਹੜਾ ਰਹਿਣੀ ਰਹੇਗਾ ਅਸਲ ਵਿੱਚ ਸਿੱਖ ਮੇਰਾ ਉਹੀ ਹੈ। ਰਹਿਣੀ ਤੋਂ ਬਿਨਾਂ ਸਿੱਖ ਨਹੀਂ, ਰਹਿਤ ਤੋਂ ਬਿਨਾਂ ਮੇਰਾ ਸਿੱਖ ਨਹੀਂ। ਤਾਂ ਉਹ ਸਾਹਿਬ ਕਹਿੰਦੇ ਜਿਹੜਾ ਰਹਿਤ ਰਹਿਣ ਵਾਲਾ, ਰਹਿਣੀ ਰਹਿਣ ਵਾਲਾ, ਪੋਜ਼ਿਟਿਵ ਐਟੀਟਿਊਡ ਵਾਲਾ ਸਿੱਖ ਹੈ ਨਾ, ਉਹ ਮੇਰਾ ਮਾਲਕ ਹੈ। ਸਤਿਗੁਰੂ ਜੀ ਕਹਿੰਦੇ ਉਹ ਸਾਹਿਬ ਮੈਂ ਉਸਕਾ ਚੇਰਾ, ਮੈਂ ਉਹਦਾ ਚੇਲਾ ਹਾਂ।
ਹੁਣ ਗੁਰੂ ਸਾਹਿਬ ਨੇ ਜਦੋਂ ਖਾਲਸਾ ਪੰਥ ਪ੍ਰਗਟ ਕੀਤਾ, ਖਾਲਸੇ ਨੂੰ ਸਾਜਨਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ, ਤੇ ਜਦੋਂ ਸਾਜਨਾ ਦੇ ਵਿੱਚ ਜਦੋਂ ਪ੍ਰਗਟ ਰੂਪ ਵਿੱਚ ਖਾਲਸੇ ਨੂੰ ਪ੍ਰਗਟ ਕਰ ਦਿੱਤਾ ਨਾ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਸ ਵੇਲੇ ਇਹੀ ਕਿਹਾ ਸੀ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਤੇ ਫਿਰ ਖਾਲਸਾ ਸਾਜ ਕੇ ਆਖਿਆ ਹੁਣ ਤੂੰ ਮੇਰਾ ਗੁਰੂ ਆ, ਜਿਸ ਤਰ੍ਹਾਂ ਮੈਂ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ, ਹੁਣ ਤੂੰ ਮੈਨੂੰ ਅੰਮ੍ਰਿਤ ਦੀ ਦਾਤ ਦੇ, ਕਿਉਂਕਿ ਤੂੰ ਹੁਣ ਰਹਿਣੀ ਵਾਲਾ ਹੋ ਗਿਆ, ਤੂੰ ਪੋਜ਼ਿਟਿਵ ਐਟੀਟਿਊਡ ਵਾਲਾ ਹੋ, ਹੁਣ ਮੈਨੂੰ ਤੂੰ ਦਾਤ ਦੇ, ਇਹ ਅੰਮ੍ਰਿਤ ਦੀ ਦਾਤ ਹੁਣ ਮੈਨੂੰ ਦੇ। ਇਸ ਲਈ ਆਖਿਆ ਕਿ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੋ ਇੱਥੇ ਇੱਕ ਹੋਰ ਸ਼ਬਦ ਹੈ ਸਾਡਾ, ਉਹ ਹੈ ਚੜ੍ਹਦੀ ਕਲਾ ਗੁਰਮਤਿ ਦੇ ਵਿੱਚ, ਔਰ ਅਸੀਂ ਇਹ ਸ਼ਬਦ ਨੂੰ ਬਹੁਤ ਵਰਤਦੇ ਹਾਂ, ਬਹੁਤ ਸੁਭਾਵਿਕ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਵੀ ਕੀ ਹਾਲ ਆ, ਕਹਿੰਦੇ ਜੀ ਚੜ੍ਹਦੀ ਕਲਾ। ਚੜ੍ਹਦੀ ਕਲਾ ਦੇ ਮਤਲਬ ਕੀ? ਚੜ੍ਹਦੀ ਦਾ ਅਰਥ ਹੁੰਦਾ ਆ ਉੱਤਮ, ਭਾਵ ਬਹੁਤ ਵਧੀਆ, ਸ੍ਰੇਸ਼ਟ, ਜਿਹੜੀ ਤਰੱਕੀ ਵਾਲੇ ਪਾਸੇ ਹੋ। ਤੇ ਕਲਾ ਦੇ ਅਰਥ ਹੁੰਦੇ ਨੇ, ਜਿਵੇਂ ਇੱਕ ਤੇ ਆਰਟ ਕਹਿ ਦਿੰਦੇ ਕਲਾ, ਢੰਗ ਤਰੀਕਾ, ਤੇ ਦੂਸਰੀ ਕਲਾ ਦੇ ਅਰਥ ਨੇ ਸ਼ਕਤੀ। ਉਹਦੇ ਸ਼ਕਤੀਆਂ ਹੀ ਕਲਾ ਹੁੰਦੀਆਂ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਅਸੀਂ ਕਹਿੰਦੇ ਆ ਕਿ ਸਰਬ ਕਲਾ ਸਮਰੱਥ, ਇਸੇ ਤਰ੍ਹਾਂ ਰਾਮਚੰਦਰ ਨੂੰ 14 ਕਲਾ ਸੰਪੂਰਨ ਆਖਿਆ ਜਾਂਦਾ ਸੀ, ਔਰ ਕ੍ਰਿਸ਼ਨ ਨੂੰ 16 ਕਲਾ ਸੰਪੂਰਨ ਆਖਿਆ ਗਿਆ। ਔਰ ਸਿੱਖ ਜਿਹੜਾ ਆ ਉਹ ਚੜ੍ਹਦੀ ਕਲਾ 'ਚ ਹਮੇਸ਼ਾ ਹੀ ਸਭ ਤੋਂ ਉੱਤਮ ਕਲਾ, ਕੋਈ ਕਲਾ ਘੱਟ ਰਹਿ ਨਹੀਂ ਜਾਂਦੀ ਹਰ ਪਾਸੇ। ਪਰ ਇਹ ਕਲਾ ਆਏਗੀ ਕਿਵੇਂ, ਇਹ ਚੜ੍ਹਦੀ ਕਲਾ ਹੋਵੇਗੀ ਕਿਵੇਂ? ਇਸੇ ਨੂੰ ਇੰਗਲਿਸ਼ ਵਿੱਚ ਅਸੀਂ ਕਹਿ ਸਕਦੇ ਹਾਂ ਪੋਜ਼ਿਟਿਵ ਐਟੀਟਿਊਡ। ਹੁਣ ਸਤਿਗੁਰੂ ਜੀ ਨੇ ਰਹਿਮਤ ਕੀਤੀ, ਸਤਿਗੁਰੂ ਜੀ ਕਹਿੰਦੇ ਨੇ ਕਿ ਚੜ੍ਹਦੀ ਕਲਾ ਸਿੱਖਾ ਤੇਰੇ 'ਚ ਆਏਗੀ। ਤੇ ਕਿਵੇਂ ਆਏਗੀ? ਗੁਰੂ ਦੇ ਸਿੱਖਾਂ ਨੇ ਜਦੋਂ ਸਮਝਿਆ ਕਿ ਚੜ੍ਹਦੀ ਕਲਾ ਕਿਵੇਂ ਆਉਂਦੀ ਹੈ, ਜਦੋਂ ਉਹਨਾਂ 'ਚ ਆਈ, ਉਹ ਕਹਿੰਦੇ ਆਏਗੀ ਨਾਮ ਨਾਲ। ਇਸ ਲਈ ਸਾਡਾ ਰੋਜ਼ ਦਾ ਬੋਲਣਾ ਆ ਅਰਦਾਸ ਵਿੱਚ, ਰੋਜ਼ ਅਸੀਂ ਇਹ ਬੋਲਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਨਾਮ ਨਾਲ ਚੜ੍ਹਦੀ ਕਲਾ ਹੋਣੀ ਹੈ, ਚੜ੍ਹਦੀ ਕਲਾ ਨਾਮ ਤੋਂ ਬਿਨਾਂ ਨਹੀਂ। ਤੇ ਨਾਮ ਕੀ ਆ? ਨਾਮ ਹੈ ਗੁਣ, ਪਰਮਾਤਮਾ ਦੇ ਗੁਣ, ਉਹ ਗੁਣ ਜਿਨ੍ਹਾਂ ਨਾਲ ਸਾਡਾ ਰਵੱਈਆ ਵਧੀਆ ਬਣਨਾ ਹੈ, ਸਕਾਰਾਤਮਕ ਰਵੱਈਆ ਬਣਨਾ ਹੈ, ਪੋਜ਼ਿਟਿਵ ਐਟੀਟਿਊਡ ਬਣਨਾ ਹੈ, ਉਹ ਹੈ ਨਾਮ। ਨਾਮ ਤੋਂ ਬਿਨਾਂ ਪੋਜ਼ਿਟਿਵ ਐਟੀਟਿਊਡ ਹੋ ਨਹੀਂ ਸਕਦਾ, ਤੇ ਪੋਜ਼ਿਟਿਵ ਐਟੀਟਿਊਡ ਤੋਂ ਬਿਨਾਂ ਅਸੀਂ ਕਿਸੇ ਵੀ ਕੰਮ ਵਿੱਚ ਤਰੱਕੀ ਨਹੀਂ ਕਰ ਸਕਦੇ, ਸਫਲ ਨਹੀਂ ਹੋ ਸਕਦੇ। ਇਸ ਲਈ ਸਤਿਗੁਰੂ ਜੀ ਨੇ ਰਹਿਮਤ ਕਰਕੇ ਕਿਹਾ, ਕਹਿਣ ਲੱਗੇ ਕਿ ਨਾਮ ਨਾਲ ਚੜ੍ਹਦੀ ਕਲਾ ਹੈ, ਨਾਮ ਨਾਲ ਹੀ ਸਭ ਕੁਝ ਹੈ, ਨਾਮ ਤੋਂ ਬਿਨਾਂ ਤੂੰ ਚੜ੍ਹਦੀ ਕਲਾ ਵਿੱਚ ਰਹਿ ਨਹੀਂ ਸਕਦਾ। ਤਾਂ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਸਿਮਰੇਂਗਾ, ਪ੍ਰਭ ਕੇ ਸਿਮਰਨ ਕਬਹੂ ਨਾ ਝੂਰੈ, ਤੂੰ ਕਦੇ ਝੂਰੇਗਾ ਨਹੀਂ, ਕਦੇ ਚਿੰਤਾ ਨਹੀਂ ਆਵੇਗੀ ਤੈਨੂੰ। ਨਾਨਕ ਨਾਮ ਚੜ੍ਹਦੀ ਕਲਾ। ਤੇ ਫਿਰ ਜਦੋਂ ਨਾਮ ਆਏਗਾ, ਚੜ੍ਹਦੀ ਕਲਾ ਆਏਗੀ, ਤੇ ਫਿਰ ਸਰਬੱਤ ਦੇ ਭਲੇ ਬਾਰੇ ਸੋਚਿਆ ਜਾਏਗਾ, ਫਿਰ ਆਪਣਾ ਨਹੀਂ, ਫਿਰ ਸਭ ਦਾ ਭਲਾ ਸੋਚੇਗਾ। ਫਿਰ ਤੇਰੇ ਮੁਖ ਤੋਂ ਨਿਕਲੇਗਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਸਰਬੱਤ ਦਾ ਭਲਾ ਵੀ ਇੰਜ ਨਹੀਂ, ਉਹਦੇ ਭਾਣੇ ਵਿੱਚ, ਉਹਦੀ ਰਜਾ ਵਿੱਚ, ਵੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਹੋਵੇ, ਪਰ ਤੇਰੀ ਰਜਾ ਵਿੱਚ ਹੋਵੇ। ਨਹੀਂ ਤੇ ਬੰਦੇ ਦਾ ਮਨ ਤੇ ਬੁਰੇ ਕੰਮ ਵਿੱਚ ਵੀ ਆਪਣਾ ਭਲਾ ਸਮਝਦਾ ਹੈ, ਪਰ ਬੁਰਾ ਕੰਮ ਵਿੱਚ ਉਹਦਾ ਭਲਾ ਨਾ, ਚੰਗੇ ਕੰਮ ਵਿੱਚ ਭਲਾ ਹੋਵੇ, ਤੇਰੇ ਭਾਣੇ ਵਿੱਚ ਹੋਵੇ, ਤੇਰੀ ਰਜਾ ਵਿੱਚ ਹੋਵੇ, ਜਿਵੇਂ ਤੂੰ ਚਾਹੁੰਦਾ ਉਸ ਤਰ੍ਹਾਂ ਹੋਵੇ। ਸਤਿਗੁਰੂ ਜੀ ਨੇ ਇੱਥੇ ਰਹਿਮਤ ਕੀਤੀ। ਤੇ ਫਿਰ ਇਹ ਚੜ੍ਹਦੀ ਕਲਾ ਜਦੋਂ ਸਿੱਖ ਵਿੱਚ ਆਉਂਦੀ ਹੈ, ਤੇ ਫਿਰ ਉਸ ਚੜ੍ਹਦੀ ਕਲਾ ਦਾ ਕਿਸ ਤਰ੍ਹਾਂ ਸਬੂਤ ਮਿਲਦਾ ਵੀ ਸਿੱਖ ਵਿੱਚ ਚੜ੍ਹਦੀ ਕਲਾ ਆ ਗਈ? ਜਦੋਂ ਚੜ੍ਹਦੀ ਕਲਾ ਆਉਂਦੀ ਹੈ ਨਾ, ਤੇ ਮਨ ਨੂੰ ਇਹ ਕਹਿੰਦਾ ਹੈ ਵੀ ਸੈਲਫ ਕੌਨਫੀਡੈਂਸ ਦੇ ਵਿੱਚ ਹੁੰਦਾ, ਆਪਣੇ ਆਪ ਦੇ ਵਿੱਚ। ਤੇ ਜਦੋਂ ਆਪਣੇ ਆਪ ਵਿੱਚ ਸੈਲਫ ਕੌਨਫੀਡੈਂਸ ਦੇ ਵਿੱਚ ਹੁੰਦਾ ਆ, ਉਦੋਂ ਇਹਦਾ ਮਤਲਬ ਇਹਦੇ ਕੋਲ ਕੁਝ ਹੁੰਦਾ ਆ ਜਿਹਦੇ ਨਾਲ ਇਹ ਜਿਹੜਾ ਪੋਜ਼ਿਟਿਵ ਹੋ ਜਾਂਦਾ ਹੈ। ਉਹ ਕੀ ਹੁੰਦਾ ਹੈ? ਦੇਖੋ, ਸਾਡੇ ਕੋਲ ਕੋਈ ਸ਼ਕਤੀ ਹੋਵੇ, ਉਸੇ ਗੱਲ ਤੇ ਅਸੀਂ ਕਹਿੰਦੇ ਨਾ ਕੌਨਫੀਡੈਂਸ ਤਾਂ ਹੀ ਹੁੰਦਾ ਨਾ ਵੀ ਸਾਡੇ ਕੋਲ ਕੁਝ ਹੈ, ਅਸੀਂ ਕਰ ਲਾਂਗੇ।
ਅਕਲ ਹੋਵੇ, ਅਕਲ ਦੇ ਬਲ ਤੇ ਕਈ ਵਾਰ ਬੰਦਾ ਕਹਿੰਦਾ ਆ, ਜਾਂ ਕੋਈ ਪੈਸੇ ਦੇ ਬਲ ਤੇ ਕਹਿ ਸਕਦਾ ਆ, ਕੁਛ ਨਾ ਕੁਛ ਤੇ ਹੈ ਨਾ। ਪਰ ਇੱਥੇ ਚੜ੍ਹਦੀ ਕਲਾ ਕਿਹਦੇ ਬਲ ਤੇ ਹੈ? ਵਾਹਿਗੁਰੂ ਜੀ ਤੇਰੇ ਬਲ ਤੇ। ਅਗਲੀ ਸਲਾਈਡ ਕਰਨਾ ਪਲੀਜ਼। ਉਹ ਤੇਰਾ ਬਲ ਕਿਵੇਂ ਹੈ? ਮੈਨੂੰ ਤੇਰਾ ਆਸਰਾ ਆ ਤਾਂ ਮੇਰੀ ਚੜ੍ਹਦੀ ਕਲਾ ਆ, ਤਾਂ ਮੈਂ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਆ ਸਕਦਾ। ਉਹ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਭਗਤ ਕਬੀਰ ਜੀ ਦਾ। ਸਲਾਈਡ ਤੇ ਆਪ ਦੇਖ ਸਕਦੇ ਹੋ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਤੂੰ ਤੋਂ ਭਾਵ ਇੱਥੇ ਵਾਹਿਗੁਰੂ ਜੀ, ਇਹ ਪਰਮਾਤਮਾ, ਇਹ ਪ੍ਰਭੂ, ਇਹ ਵਾਹਿਗੁਰੂ ਜੀ, ਤੁਸੀਂ ਮੇਰੇ ਮੇਰ ਪਰਬਤ ਹੋ। ਮੇਰ ਪਰਬਤ ਸਭ ਤੋਂ ਵੱਡਾ ਪਰਬਤ, ਸੁਮੇਰ ਜਿਹਨੂੰ ਕਹਿੰਦੇ। ਤੂੰ ਮੇਰਾ ਬੜਾ ਵੱਡਾ ਆਸਰਾ ਆ, ਪਰਬਤ ਵਰਗਾ ਆਸਰਾ, ਕਿਉਂਕਿ ਪਰਬਤ ਕਦੇ ਡੋਲਦਾ ਨਹੀਂ, ਕਦੇ ਹਿੱਲਦਾ ਨਹੀਂ, ਕੋਈ ਹਿਲਾ ਨਹੀਂ ਸਕਦਾ ਉਹਨੂੰ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਮੈਂ ਤੇਰੀ ਓਟ ਲਈਏ। ਓਟ ਦਾ ਮਤਲਬ ਹੁੰਦਾ ਆਸਰਾ। ਓਟ ਲੈਣਾ, ਆਸਰਾ ਲੈਣਾ। ਤੇਰਾ ਆਸਰਾ ਲਿਆ ਆ, ਤੇਰੇ ਆਸਰੇ ਤੇ ਮੈਂ ਕਰ ਰਿਹਾ, ਤੇਰੇ ਆਸਰੇ ਤੇ ਮੈਂ ਚੜ੍ਹਦੀ ਕਲਾ ਵਿੱਚ। ਕਿਉਂ? ਕਿਉਂਕਿ ਨਾ ਤੁਮ ਡੋਲੋ, ਐ ਵਾਹਿਗੁਰੂ ਜੀ ਤੂੰ ਡੋਲਦਾ ਨਹੀਂ, ਤੂੰ ਕਦੇ ਨਹੀਂ ਡੋਲਦਾ। ਤੇ ਜੇ ਨਾ ਤੂੰ ਡੋਲਣ ਵਾਲਾ ਨਹੀਂ, ਤੇ ਫਿਰ ਮੈਂ ਡਿੱਗੂੰਗਾ ਕਿਵੇਂ? ਆਸਰੇ ਤੇ ਤੇਰੇ ਤੇ ਖੜਾ ਹੈ ਮੈਂ। ਜੇ ਤੂੰ ਡੋਲੇਗਾ ਤਾਂ ਹੀ ਡਿੱਗਾਂਗਾ ਨਾ। ਦੁਨੀਆ ਦੇ ਵਿੱਚ ਜਿਹੜੇ ਆਸਰੇ ਲਏ ਨੇ ਉਹ ਡੋਲਦੇ ਨੇ, ਇਸ ਲਈ ਬੰਦਾ ਡਿੱਗ ਜਾਂਦਾ ਆ। ਮਿੱਤਰਾਂ ਦਾ ਆਸਰਾ ਡੋਲਦਾ ਆ, ਪੁੱਤਰਾਂ ਦਾ ਡੋਲਦਾ ਆ, ਪੈਸੇ ਦਾ ਡੋਲਦਾ, ਦੌਲਤ ਦਾ ਡੋਲਦਾ ਆ। ਸਾਰੇ ਆਸਰੇ ਡੋਲ ਜਾਂਦੇ ਨੇ, ਹੌਲੀ ਹੌਲੀ ਖਤਮ ਹੋ ਜਾਂਦੇ ਨੇ, ਪਰ ਵਾਹਿਗੁਰੂ ਦਾ ਆਸਰਾ ਨਹੀਂ ਡੋਲਦਾ। तो कहते ना तुम डोलो ना हम गिरते, रख लीनी हर मेरी। ऐ हरि वाहिगुरू जी, तुसी मेरी लाज रख ली, मेरी पत रख ली। ते अगे कहते ने अब तब जब कब तू ही हुण फिर जदों भी जिथे किथे भी हर वेले पावत, हर वेले हर समय ऐ वाहिगुरू जी तू ही मेरा राखा आ, ਤੇ ਤੇਰੀ ਕਿਰਪਾ ਦੇ ਨਾਲ ਹੀ ਮੈਂ ਸੁਖੀ ਹਾਂ। ਤੋ ਹਮ ਤੋ ਪ੍ਰਸਾਦ ਸੁਖੀ ਸਦ ਹੀ, ਤੇਰੀ ਕਿਰਪਾ ਨਾਲ ਮੈਂ ਸਦਾ ਹੀ ਸੁਖੀ ਰਹਿਣਾ। ਤੇਰੀ ਕਿਰਪਾ ਨਾਲ ਮੈਨੂੰ ਸੁਖ ਹੀ ਸੁਖ ਹੈ, ਕਦੇ ਦੁੱਖ ਹੁੰਦਾ ਨਹੀਂ, ਚੜ੍ਹਦੀ ਕਲਾ ਵਿੱਚ ਰਹਿਣਾ। ਤੋ ਅੱਗੇ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਪਾਵਨ ਬਚਨ ਦੇ ਅੰਦਰ, ਕਹਿਣ ਲੱਗੇ ਫਿਰ ਇਹ ਜਿਹੜਾ ਮਾਣ ਆ ਨਾ ਵੀ ਤੂੰ ਮੇਰੇ ਨਾਲ ਆ, ਉਹ ਫਿਰ ਸਾਨੂੰ ਸਵੈ ਮਾਣ ਦਿੰਦਾ ਹੈ। ਆਪਣੇ ਆਪ ਤੇ ਮਾਣ ਹੁੰਦਾ, ਉਹ ਹੁੰਦਾ ਵੀ ਵਾਹਿਗੁਰੂ ਮੇਰੇ ਨਾਲ ਹੈ, ਇਸ ਗੱਲ ਦਾ ਮਾਣ ਆ, ਆਪਣੀ ਕਿਸੇ ਹੋਂਦ ਦਾ ਮਾਣ ਨਹੀਂ। ਵਾਹਿਗੁਰੂ ਜੀ ਮੇਰੇ ਨਾਲ, ਤੇ ਉਦੋਂ ਫਿਰ ਸਾਡੇ ਵਿੱਚ ਕੀ ਆਉਂਦਾ ਆ। ਨੈਕਸਟ ਸਲਾਈਡ ਦੇ ਵਿੱਚ ਮੈਂ ਯਤਨ ਕੀਤਾ, ਪਲੀਜ਼ ਕਰਨਾ ਜੀ। ਉਹਦੇ ਵਿੱਚ ਹੈ ਜੀ ਪੋਜ਼ਿਟਿਵ ਸੈਲਫ ਅਸਟੀਮ। ਇਹਦਾ ਮਤਲਬ ਸਕਾਰਾਤਮਕ ਸਵੈ ਮਾਣ। ਸਵੈ ਮਾਣ ਜਿਹੜਾ ਨਾ ਉਹ ਹੋਮੇ ਵੀ ਹੋ ਸਕਦੀ। ਜਦੋਂ ਹੋਮੇ ਹੁੰਦੀ ਨਾ, ਉਹ ਐਟੀਟਿਊਡ ਹੁੰਦਾ ਨੈਗੇਟਿਵ ਐਟੀਟਿਊਡ। ਉਹ ਹੋਮੇ ਕਿਸ ਗੱਲ ਦਾ? ਹੋਮੇ ਨੈਗੇਟਿਵ ਐਟੀਟਿਊਡ ਕੀ ਹੁੰਦਾ ਆ? ਨੈਗੇਟਿਵ ਐਟੀਟਿਊਡ ਹੁੰਦਾ ਆ ਕਿ ਆਹ ਕੰਮ ਬਸ ਮੈਂ ਹੀ ਕਰ ਸਕਦਾ, ਮੇਰੇ ਤੋਂ ਬਿਨਾਂ ਕਿਸੇ ਹੋਰ ਦੀ ਸਮਰੱਥਾ ਹੀ ਨਹੀਂ ਇਸ ਕੰਮ ਨੂੰ ਕਰਨ, ਹੋਰ ਨਹੀਂ ਕੋਈ ਕਰ ਸਕਦਾ। ਪਰ ਜਦੋਂ ਪੋਜ਼ਿਟਿਵ ਐਟੀਟਿਊਡ ਆ, ਉਹਦਾ ਮਤਲਬ ਹੁੰਦਾ ਇਹ ਕੰਮ ਮੈਂ ਕਰ ਸਕਦਾ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਹੋਰ ਨਹੀਂ ਕਰ ਸਕਦਾ, ਹੋਰ ਮੇਰੇ ਨਾਲੋਂ ਵੀ ਵਧੀਆ ਕਰ ਸਕਦੇ ਨੇ, ਪਰ ਮੈਂ ਵੀ ਇਹਨੂੰ ਕਰ ਸਕਦਾ। ਪਰ ਜਦੋਂ ਵਾਹਿਗੁਰੂ ਜੀ ਨਾਲ ਹੋਣ ਤੇ ਫਿਰ ਕਹਿੰਦੇ ਪਰਵਾਹ ਕੋਈ। ਫਿਰ ਜਿਹੜਾ ਵਾਹਿਗੁਰੂ ਜੀ ਦਾ ਆਸਰਾ ਲੈ ਕੇ ਆਪਣੇ ਆਪ ਤੇ ਮਾਣ ਕਰਨਾ ਨਾ, ਸਕਾਰਾਤਮਕ ਸਵੈ ਮਾਣ, ਜਿਹਨੂੰ ਪੋਜ਼ਿਟਿਵ ਸੈਲਫ ਅਸਟੀਮ ਕਵਾਂਗੇ, ਉਹ ਉੱਥੇ ਸਤਿਗੁਰੂ ਜੀ ਕਹਿੰਦੇ ਇਹ ਇਸ ਲਈ ਏ ਕਿਉਂਕਿ ਤੂੰ ਮੇਰੇ ਨਾਲ ਆ। ਹੁਣ ਜਦੋਂ ਤੂੰ ਮੇਰੇ ਨਾਲ ਆ ਨਾ, ਤੇ ਮੈਂ ਹੁਣ ਪੋਜ਼ਿਟਿਵਿਟੀ ਨਾਲ ਭਰ ਜਾਣਾ। ਆਹ ਪੋਜ਼ਿਟਿਵ ਐਟੀਟਿਊਡ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਮੇਰੇ ਵੱਲ ਆ ਨਾ, ਫਿਰ ਮੈਨੂੰ ਪਰਵਾਹ ਨਹੀਂ ਕਿਸੇ ਚੀਜ਼ ਦੀ, ਕਿਸੇ ਦੀ ਮੁਹਤਾਜਗੀ ਨਹੀਂ, ਮੈਨੂੰ ਕਿਸੇ ਦੀ ਅਧੀਨਗੀ ਨਹੀਂ, ਕਿਸੇ ਦੀ ਪਰਵਾਹ ਨਹੀਂ ਰਹਿ ਜਾਂਦੀ, ਮੁਸ਼ੰਦਗੀ ਨਹੀਂ ਰਹਿ ਜਾਂਦੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ। ਜਾ ਤੇਰਾ ਬੰਦਾ, ਤੂੰ ਮੈਨੂੰ ਸਭ ਕੁਝ ਦੇ ਦਿੱਤਾ ਹੈ, ਸਭ ਕੁਝ ਦਿੱਤਾ ਹੈ। ਕਦੇ ਧਿਆਨ ਦੇਣਾ, ਵਾਹਿਗੁਰੂ ਜੀ ਨੇ ਬਹੁਤ ਕੁਝ ਦਿੱਤਾ ਹੈ,
ਪਰ ਅਸੀਂ ਉਲਾਂਭੇ ਦਿੰਦੇ ਰਹਿੰਦੇ ਹਾਂ। ਬਹੁਤ ਕੁਝ ਦਿੱਤਾ ਹੈ। ਇਹ ਮਨੁੱਖਾ ਜਨਮ ਦਿੱਤਾ ਸਭ ਤੋਂ ਵੱਡੀ ਦਾਤ ਇਹ ਆ। ਹਾਂ, ਇਸ ਮਨੁੱਖਾ ਜਨਮ ਨੂੰ ਕਿਵੇਂ ਜਿਉਣਾ ਹੈ, ਇਹ ਤੇ ਢੰਗ ਗੁਰਬਾਣੀ ਵਿੱਚ ਦੱਸ ਰਹੇ। ਇਸੇ ਨੂੰ ਤੇ ਅਸੀਂ ਚੜ੍ਹਦੀ ਕਲਾ ਕਹਿ ਰਹੇ, ਉਹ ਸਿੱਖਣਾ ਸੀ। ਤਾਂ ਸਤਿਗੁਰੂ ਜੀ ਕਹਿੰਦੇ ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲక్ష్ਮੀ ਤੋਟ ਨਾ ਆਵੇ ਖਾਏ ਖਰਚ ਰਾਨ ਦਾ। ਹੁਣ ਮੈਨੂੰ ਪੈਸੇ ਧੇਲੇ ਦੀ ਵੀ ਕਮੀ ਨਹੀਂ ਹੁੰਦੀ, ਲక్ష్ਮੀ ਦੀ ਵੀ ਤੋਟ ਨਹੀਂ, ਖਰਚਦਾ ਹੈ, ਖਾਣਾ ਪੀਣਾ, ਤੂੰ ਮੈਨੂੰ ਖਰਚੇ ਲਈ ਸਭ ਕੁਝ ਦੇ ਹੀ ਜਾਂਦਾ। ਤੇ ਜਦੋਂ ਤੂੰ ਮੇਰੇ ਵੱਲ ਹੁੰਨਾ ਨਾ, ਫਿਰ ਆਹ ਸਾਰੀ ਦੁਨੀਆ 184 ਮੇਦ ਨਹੀਂ ਸਭ ਸੇਵ ਕਰਨ ਦਾ, ਇਹ ਸਾਰੀ ਕਾਇਨਾਤ ਸਾਰੀ ਦੁਨੀਆ ਮੇਰੀ ਸੇਵਾ ਵਿੱਚ ਲੱਗ। ਔਰ ਸੱਚ ਇਹ ਆ, ਗੁਰੂ ਸਾਹਿਬ ਨੇ ਆਖਿਆ ਕਿ ਇਹ ਮਨੁੱਖ ਆ ਬਾਕੀ ਜੋਨਾਂ ਤੇਰੀ ਸੇਵਾ ਵਾਸਤੇ ਮੈਂ ਪੈਦਾ ਕੀਤੀਆਂ ਨੇ, ਤੂੰ ਇਸ ਜੋਨੀਆਂ ਦਾ ਸਰਦਾਰ। ਪਾਵਨ ਬਚਨ ਸਤਿਗੁਰੂ ਜੀ ਦਾ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਆ ਬਾਕੀ ਸਾਰੀਆਂ ਜੋਨੀਆਂ ਤੇਰਾ ਪਾਣੀ ਭਰਨ ਵਾਲੀਆਂ ਨੇ, ਇਸ ਧਰਤੀ ਤੇ ਕੇਵਲ ਤੇਰਾ ਤੇ ਤੇਰਾ ਰਾਜ ਹੈ, ਤੇਰੀ ਸਰਦਾਰੀ ਹੈ, ਬਾਕੀ ਜੋਨਾਂ ਦੀ ਸਰਦਾਰੀ ਨਹੀਂ। ਤੋ ਇਸੇ ਲਈ ਕਿਹਾ ਸੀ ਕਿ ਤੂੰ ਸਾਰਿਆਂ ਤੋਂ ਉੱਤਮ ਹੈ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲਮ। ਭਈ ਪ੍ਰਾਪਤ ਬੜੀ ਉੱਤਮ ਦੇਹੀ ਮਿਲੀ ਤੈਨੂੰ, ਤੁਧ ਸਭ ਕੁਛ ਮੈਨੂੰ ਸੌਂਪਿਆ। ਇਹ ਦੇਹੀ ਦੇ ਕੇ ਮੈਨੂੰ ਬਹੁਤ ਕੁਝ ਦੇ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਜਾਂ ਤੇਰਾ ਬੰਦਾ ਰਹਿਣ ਲਈ ਦਿੱਤਾ, ਖਾਣ ਲਈ ਦਿੱਤਾ, ਸਭ ਕੁਝ ਦਿੱਤਾ। ਤੇ ਕਹਿੰਦੇ 184 ਮੇਦਨੀ ਸਭ ਸੇਵ ਕਰਨ ਦਾ, ਸਾਰੀਆਂ ਜੋਨੀਆਂ ਮੇਰੀਆਂ ਸੇਵ ਵਿੱਚ ਆ ਜਾਂਦੀਆਂ ਨੇ। ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ। ਆ ਜਿੰਨੇ ਵੈਰੀ ਸਨ ਮਿੱਤਰ, ਉਹ ਸਾਰੇ ਮੇਰੇ ਮਿੱਤਰ ਬਣਾ ਦਿੱਤੇ। ਜਿਹੜੇ ਮੇਰੇ ਵੈਰੀ ਸਨ ਨਾ, ਉਹ ਮੇਰੇ ਮਿੱਤਰ ਬਣ ਗਏ। ਇਹ ਤੇਰੀ ਕਿਰਪਾ ਨਾਲ ਬਣੇ। ਕਿਵੇਂ ਬਣੇ? ਕਿਉਂਕਿ ਤੂੰ ਮੈਨੂੰ ਪੋਜ਼ਿਟਿਵ ਐਟੀਟਿਊਡ ਦੇ ਦਿੱਤਾ, ਮੈਨੂੰ ਰਵੱਈਆ ਇਹੋ ਜਿਹਾ ਦੇ ਦਿੱਤਾ ਕਿ ਮੇਰੇ ਵੈਰੀ ਵੀ ਮੇਰੇ ਮਿੱਤਰ ਬਣ ਗਏ। ਵੈਰੀ ਰਿਹਾ ਕੋਈ ਨਹੀਂ, ਕਿਉਂਕਿ ਮੇਰੇ ਅੰਦਰ ਜਿਹੜੀ ਸੋਚਣ ਦੀ ਸ਼ਕਤੀ ਸੀ ਉਸ ਤਰ੍ਹਾਂ ਦੀ ਹੋ ਗਈ ਕਿ ਮੈਂ ਕਿਸੇ ਨੂੰ ਵੈਰੀ ਦੇਖਦਾ ਹੀ ਨਹੀਂ, ਸਾਰੇ ਮੈਨੂੰ ਮਿੱਤਰ ਦਿਖਦੇ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੀ ਸਾਜਨ। ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ, ਮੈਂ ਸਾਰਿਆਂ ਦਾ ਹੀ ਸੱਜਣ। ਸਾਰੇ ਮੇਰੇ ਮਿੱਤਰ ਨੇ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਮੇਰਾ ਕੋਈ ਵੈਰੀ ਹੈ ਹੀ ਨਹੀਂ, ਕੋਈ ਬੇਗਾਨਾ ਹੈ ਹੀ ਕੋਈ ਨਹੀਂ, ਸਾਰੇ ਆਪਣੇ ਹੀ ਨੇ। ਕਿਉਂ? ਕਿਉਂਕਿ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਹੁਣ ਵੈਰੀ ਕੌਣ ਹੈ? ਫਿਰ ਕੋਈ ਵੀ ਨਹੀਂ। ਅਸਲ ਵਿੱਚ ਵੈਰੀ ਬਣਦਾ ਜਦੋਂ ਨੈਗੇਟਿਵਿਟੀ ਵਾਲਾ ਮਨ ਹੁੰਦਾ, ਇਹਦਾ ਆਪਣਾ ਮਨ ਹੀ ਵੈਰੀ ਬਣਦਾ। ਜਦੋਂ ਪੋਜ਼ਿਟਿਵਿਟੀ ਵਾਲਾ ਮਨ ਹੁੰਦਾ, ਫਿਰ ਬਾਕੀ ਵੀ ਸਾਰੇ ਮਿੱਤਰ ਬਣ ਜਾਂਦੇ। ਤੋ ਇੱਥੇ ਹੁਣ ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਹਿੰਦੇ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ। ਹੁਣ ਮੇਰਾ ਕੋਈ ਮੰਦਾ ਨਹੀਂ ਮੰਗਦਾ, ਸਾਰਾ ਮੇਰਾ ਭਲਾ ਹੀ ਮੰਗਦਾ, ਕੋਈ ਮੰਦਾ ਨਹੀਂ ਸੋਚਦਾ। ਕਹਿੰਦੇ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਹੁਣ ਮੇਰਾ ਜਿਹੜਾ ਨਾ ਉਹ ਜੀਵਨ ਇਹੋ ਜਿਹਾ ਬਣ ਗਿਆ ਰਹਿਣੀ ਵਾਲਾ, ਪੋਜ਼ਿਟਿਵ ਐਟੀਟਿਊਡ ਵਾਲਾ, ਗੁਰੂ ਦੀ ਕਿਰਪਾ ਨਾਲ। ਹੁਣ ਉਹ ਲੇਖਾ ਨਹੀਂ ਪੁੱਛਿਆ ਜਾ ਸਕਦਾ, ਕੋਈ ਧਰਮ ਰਾਏ ਕੋਈ ਹੋਰ ਲੇਖਾ ਨਹੀਂ ਪੁੱਛ ਸਕਦਾ। ਕਿਉਂ? ਕਿਉਂਕਿ ਮੈਨੂੰ ਹਰੀ ਵਾਹਿਗੁਰੂ ਨੇ ਆਪ ਬਖਸ਼ ਦਿੱਤਾ, ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਜਾਂ ਹਰ ਬਖਸ਼ੰਦਾ, ਉਹਨੇ ਮੈਨੂੰ ਬਖਸ਼ ਲਿਆ ਹੈ। ਤੇ ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਕਹਿਣ ਲੱਗੇ ਹੁਣ ਮੈਨੂੰ ਸਾਰੇ ਸੁੱਖ ਮਿਲ ਗਏ ਨੇ, ਕਿਉਂਕਿ ਮੈਨੂੰ ਗੁਰੂ ਮਿਲ ਗਿਆ, ਵੱਡਾ ਗੁਰੂ ਮਿਲ ਗਿਆ, ਗੋਬਿੰਦ ਗੁਰੂ ਮਿਲ ਗਿਆ, ਪਰਮਾਤਮਾ ਮਿਲ ਗਿਆ। ਕਹਿੰਦੇ ਫਿਰ ਇਹਦੇ ਨਾਲ ਕੀ ਹੋਇਆ? ਹੁਣ ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਮੇਰੇ ਸਾਰੇ ਕਾਰਜ ਸਵਰ ਗਏ। ਕਿਉਂ? ਕਿਉਂਕਿ ਹੁਣ ਤੈਨੂੰ ਪਾਉਂਦਾ ਹੈ ਨਾ ਜੇ ਮੈਂ, ਤੇ ਸਾਰੇ ਕਾਰਜ ਸਵਰ ਗਏ, ਸਾਰੇ ਕਾਰਜ ਠੀਕ ਹੋ ਗਏ। ਹੁਣ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇਹ ਚੜ੍ਹਦੀ ਕਲਾ ਕਿਵੇਂ? ਇਤਿਹਾਸ ਦੇ ਅੰਦਰ ਜਦੋਂ ਅਸੀਂ ਨਾਦਰ ਸ਼ਾਹ ਦੀ ਗੱਲ ਪੜ੍ਹਦੇ, ਤੇ ਨਾਦਰ ਸ਼ਾਹ ਅਬਦਾਲੀ ਜਿਹੜਾ ਸੀ, ਇਹਨੇ ਹਮਲਾ ਕੀਤਾ ਜਦੋਂ ਹਿੰਦੁਸਤਾਨ ਤੇ ਇੱਥੋਂ ਦਾ ਮਾਲ ਸਬਾਬ ਤੇ ਲੁੱਟਿਆ, ਭਾਵ ਧਨ ਦੌਲਤ ਲੁੱਟੀ, ਪਰ ਨਾਲ ਨਾਲ ਬੜੇ ਗੁਲਾਮ ਬਣਾ, ਨੌਜਵਾਨ ਬੱਚੀਆਂ ਨੂੰ, ਇਸਤਰੀਆਂ ਨੂੰ ਬੰਦੀ ਬਣਾ ਲਿਆ। 2200 ਲੜਕੀਆਂ ਨੂੰ ਆਪਣੇ ਨਾਲ ਬੰਦੀ ਬਣਾ ਕੇ ਲੈ ਕੇ ਜਾ ਰਹੇ ਸਨ। ਹੋਰ ਬੜੇ
ਗੁਲਾਮ ਬਣਾ ਕੇ ਲਿਜਾ ਰਹੇ ਸਨ। ਤੇ ਸਿੰਘਾਂ ਨੂੰ ਪਤਾ ਲੱਗ ਗਿਆ, ਜੱਸਾ ਸਿੰਘ ਆਹਲੂਵਾਲੀਆ, ਹੋਰ ਸਿੰਘ ਜਿਹੜੇ ਉਸ ਵਕਤ ਦੇ ਸਨ, ਉਹਨਾਂ ਨੂੰ ਜਦੋਂ ਖਬਰ ਮਿਲੀ, ਉਹਨਾਂ ਕਹਿੰਦੇ ਵੀ ਫਿਰ ਅਸੀਂ ਇਹਨਾਂ ਨੂੰ ਹੁਣ ਘੇਰਨਾ, ਲਿਜਾਣ ਨਹੀਂ ਦੇਣਾ ਭਾਰਤ ਵਿੱਚੋਂ। ਇਹ ਠੀਕ ਹੈ, ਮਾਲ ਤਾਂ ਲੈ ਜਾਂਦਾ, ਕੋਈ ਗੱਲ ਨਹੀਂ, ਪਰ ਇੱਜ਼ਤਾਂ ਨਹੀਂ ਲਿਜਾਣ ਦੇ, ਅਸੀਂ ਆਪਣੀਆਂ ਬਹੂ ਬੇਟੀਆਂ ਨਹੀਂ ਲਿਜਾਣ ਦੇ। ਔਰ ਥੋੜੇ ਜਿਹੇ ਸਿੱਖ ਏਡੀ ਵੱਡੀ ਫੌਜ ਘੇਰ ਲਿਆ ਉਹਨੂੰ, ਔਰ ਘੇਰ ਕੇ ਸਾਰੀਆਂ ਇਸਤਰੀਆਂ ਨੂੰ ਛੁਡਾਇਆ, ਘਰੋਂ ਘਰੋਂ ਪਹੁੰਚਾਇਆ, ਉਹਨਾਂ ਬੱਚੀਆਂ ਨੂੰ ਘਰ ਘਰ ਪਹੁੰਚਾਇਆ, ਔਰ ਮਾਲ ਸਬਾਬ ਸਾਰਾ ਲੁੱਟ ਲਿਆ। ਔਰ ਹੱਕੇ ਬੱਕੇ ਰਹਿ ਗਏ ਵੀ ਬੜੀ ਫੁਰਤੀ ਨਾਲ ਆਏ, ਇੱਕਦਮ ਸਭ ਕੁਝ ਕਰਕੇ ਚਲੇ ਗਏ। ਇਹ ਹਨ ਕੌਣ? ਨਾਦਰ ਸ਼ਾਹ ਬੜਾ ਹੈਰਾਨ ਹੈ ਵੀ ਮੇਰੇ ਨਾਲ, ਮੇਰੀ ਤਾਕਤ ਨਾਲ ਅੱਗੇ ਖੜਨ ਵਾਲਾ ਇਹਦੇ ਤਾਕਤ ਦੇ ਕੋਈ ਹੈ ਹੀ ਨਹੀਂ, ਲੜਨ ਵਾਲਾ ਕੋਈ ਹੈ ਹੀ ਨਹੀਂ, ਕੋਈ ਜੁਰਤ ਕਰਨ ਵਾਲਾ ਨਹੀਂ। ਮੇਰੇ ਨਾਂ ਤੋਂ ਕੰਬਦੇ ਨੇ ਥਰ ਥਰ ਲੋਕ। ਤੇ ਇਹ ਕੌਣ ਨੇ ਜਿਹੜੇ ਸਭ ਕੁਝ ਇੱਕ ਖਿਣ ਵਿੱਚ ਕਰਕੇ ਚਲੇ ਗਏ, ਬੜੀ ਛੇਤੀ ਨਾਲ ਸਭ ਕੁਝ ਲੁੱਟ ਕੇ ਲੈ ਗਏ ਮੇਰੇ ਤੋਂ, ਲੁੱਟ ਦਾ ਮਾਲ ਮੇਰੇ ਤੋਂ ਲੁੱਟ ਲਿਆ। ਕੌਣ ਨੇ ਇਹ? ਕਿਹਨਾਂ ਦੀ ਜੁਰਤ ਹੈ? ਤੇ ਪੁੱਛਦਾ ਪਤਾ ਕਿਹਦੇ ਕੋਲੋਂ? ਨਾਦਰ ਸ਼ਾਹ ਜ਼ਕਰੀਆ ਖਾਨ ਕੋਲੋਂ ਪੁੱਛਦਾ। ਤੇ ਜ਼ਕਰੀਆ ਖਾਨ ਅੱਗੋਂ ਫਿਰ ਇਹਨਾਂ ਦੀ ਹਿਸਟਰੀ ਦੱਸਦਾ। ਗਿਆਨੀ ਗਿਆਨ ਸਿੰਘ ਨੇ ਜੋ ਸ਼ਬਦ ਲਿਖੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਉਹ ਅਗਲੀ ਸਲਾਈਡ ਦੇ ਵਿੱਚ ਆਪ ਜੀ ਨੂੰ ਦਰਸਾ ਰਹੇ ਨੇ। ਉਹ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦਾ, ਕਹਿਣ ਲੱਗੇ ਇਹ ਨਾਦਰ ਸ਼ਾਹ ਕਹਿਣ ਲੱਗਾ, ਇੱਕ ਵਾਰੀ ਮੈਨੂੰ ਇਹਨਾਂ ਦਾ ਪਤਾ ਦੱਸ, ਮੈਂ ਇਹਨਾਂ ਦੇ ਘਰ ਘਾਟ ਲੁੱਟ ਲਾਂਗਾ, ਇਹਨਾਂ ਨੂੰ ਤਬਾਹ ਕਰਦਾ, ਮੈਂ ਇਹਨਾਂ ਨੂੰ ਬਰਬਾਦ ਕਰਦਾ। ਤੇ ਨਾਦਰ ਸ਼ਾਹ ਨੂੰ ਪਤਾ ਅੱਗੋਂ ਜ਼ਕਰੀਆ ਖਾਨ ਕੀ ਕਹਿੰਦਾ। ਜ਼ਕਰੀਆ ਖਾਨ ਕਹਿਣ ਲੱਗਾ ਇਹ ਚੜ੍ਹਦੀ ਕਲਾ ਵਾਲੇ ਸਿੰਘ ਨੇ, ਇਹਨਾਂ ਦੇ ਘਰ ਘਾਟ ਤੇ ਹੈ ਹੀ ਕੋਈ ਨਹੀਂ, ਤੇ ਤੂੰ ਲੁੱਟੇਗਾ ਕਿਹਨਾਂ ਨੂੰ? ਇਹ ਤੇ ਜੰਗਲਾਂ ਵਿੱਚ ਰਹਿੰਦੇ ਨੇ, ਔਰ ਸੌਂਦੇ ਕਿੱਥੇ ਨੇ? ਕਹਿੰਦਾ ਬੜੇ ਕਮਾਲ ਦੇ ਬਚਨ ਕਹੇ, ਸਲਾਈਡ ਤੇ ਤੁਸੀਂ ਦੇਖ ਸਕਦੇ ਹੋ। ਗਿਆਨੀ ਗਿਆਨ ਸਿੰਘ ਦੇ ਬਚਨ ਨੇ ਪ੍ਰਾਚੀਨ ਪੰਥ ਪ੍ਰਕਾਸ਼, ਕਹਿੰਦੇ ਸੋਵਤ ਖੜੇ ਖੜੇ ਹੀ ਰਹੇ, ਖੜੇ ਖੜੇ ਹੀ ਸੌ ਜਾਂਦੇ ਨੇ। ਧਿਆਨ ਦੇਣਾ, ਖੜੇ ਖੜੇ ਸੌਣ ਵਾਲੇ ਦੀ ਸੁਰਤੀ ਕਿਹੋ ਜਿਹੀ ਹੋਏਗੀ? ਸਾਨੂੰ ਬੈੱਡ ਤੇ ਪਿਆ ਹੋਇਆਂ ਨੂੰ ਵੀ ਨੀਂਦ ਨਹੀਂ ਆਉਂਦੀ, ਚਿੰਤਾ ਫਿਕਰ ਝੋਰੇ। ਇਹ ਖੜੇ ਖੜੇ ਸੌਣ ਵਾਲਿਆਂ ਦਾ ਕਿੰਨੀ ਬੇਫਿਕਰੀ ਹੋਏਗੀ, ਕਿੰਨਾ ਪੋਜ਼ਿਟਿਵ ਐਟੀਟਿਊਡ ਹੋਏਗਾ, ਕਿੰਨੀ ਚੜ੍ਹਦੀ ਕਲਾ ਹੋਏਗੀ ਇਹਨਾਂ ਦੇ ਵਿੱਚ। ਖੜੇ ਖੜੋਤੇ ਸੌ ਜਾਂਦੇ ਨੇ। ਕਹਿੰਦੇ ਖੜੇ ਖੜੇ ਹੀ, ਕਹਿਣ ਲੱਗੇ ਸੋਬਤ ਖੜੇ ਖੜੇ ਹੀ ਰਹੇ, ਕਹਿਣ ਲੱਗੇ ਫਿਰਤੇ ਟੁਰਤੇ ਖਾਣਾ ਕਹੈ। ਤੇ ਕਹਿੰਦੇ ਖਾਣਾ ਪੀਣਾ ਜਿਹੜਾ ਇਹਨਾਂ ਦਾ ਨਾ, ਇਹ ਤੁਰਦੇ ਫਿਰਦੇ ਖਾ ਲੈਂਦੇ ਨੇ, ਇਹਨਾਂ ਨੂੰ ਪਰਵਾਹ ਕਿਸੇ ਦੀ ਕੋਈ ਨਹੀਂ। ਤੇ ਕਹਿੰਦੇ ਕਰਦੇ ਕੀ ਨੇ? ਕਹਿੰਦੇ ਖੱਟ ਰਸ ਕਾ। ਹੁਣ ਖੱਟ ਰਸ ਦਾ ਮਤਲਬ 6 ਰਸਾਂ ਦਾ, ਜਿਹੜੇ ਮੁੱਖ ਰਸ ਨੇ ਨਾ 6 ਨੇ, ਮਿੱਠਾ ਖੱਟਾ ਕੌੜਾ ਕੁਸ਼ੈਲਾ, ਮਿੱਠਾ ਖੱਟਾ ਸਲੂਣਾ ਕੁਸ਼ੈਲਾ, ਇਸ ਤਰ੍ਹਾਂ ਜਿਹੜੇ 6 ਬਣਾਏ। ਔਰ ਉਹ ਜਿਹੜੇ 6 ਰਸ ਉਹਨਾਂ ਤੋਂ ਅੱਗੇ ਮਿਲਾ ਕੇ ਹੋਰ ਰਸ ਬਣ ਜਾਂਦੇ ਨੇ। ਕਹਿੰਦੇ ਰਸਾਂ ਕਸਾਂ ਵਿੱਚ ਫਸਦੇ ਨੇ, ਜੀਵ ਦੇ ਸਵਾਦਾਂ ਵਿੱਚ ਨਹੀਂ ਫਸਦੇ। ਖੱਟ ਰਸ ਕਾ ਨਹਿ ਸਵਾਦ ਪਛਾਣੇ, ਸਵਾਦਾਂ ਵਿੱਚ ਨਹੀਂ ਪੈਂਦੇ, ਜਿਉਣ ਲਈ ਖਾਂਦੇ ਨੇ। ਹੁਣ ਧਿਆਨ ਦੇਣਾ, ਜਿਉਣ ਲਈ ਖਾਣ ਦਾ ਮਤਲਬ ਇਹ ਆ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ, ਉਹ ਜਿਹਾ ਖਾਣਾ ਪੀਣਾ ਨਹੀਂ। ਔਰ ਅੱਜ ਦੇ ਸਮੇਂ ਵਿੱਚ ਤੇ ਸਾਨੂੰ ਬਹੁਤ ਧਿਆਨ ਦੇਣਾ ਪਵੇਗਾ ਖਾਣ ਪੀਣ ਤੇ। ਅੱਜ ਆਪਣੇ ਆਪ ਸਾਰੇ ਕਹਿ ਰਹੇ ਨਾ ਵੀ ਬਾਹਰ ਦੀਆਂ ਚੀਜ਼ਾਂ ਨਾ ਖਾਓ, ਫਾਸਟ ਫੂਡ ਨਾ ਖਾਓ, ਆਹ ਨਾ ਖਾਓ, ਆਹ ਨਾ ਖਾਓ, ਪਰ ਜੀਵ ਦੇ ਸਵਾਦ ਕਰਕੇ ਸਭ ਕੁਝ ਹੋ ਰਿਹਾ। ਪਰ ਕਹਿਣ ਲੱਗੇ ਇਹਨਾਂ ਕੋਲ ਕਿੰਨੀ ਪੋਜ਼ਿਟਿਵਿਟੀ ਹੈ, ਕਿੰਨਾ ਪੋਜ਼ਿਟਿਵ ਐਟੀਟਿਊਡ ਇਹਨਾਂ ਦਾ, ਕਿੰਨੀ ਚੜ੍ਹਦੀ ਕਲਾ ਇਹਨਾਂ ਕੋਲੇ। ਕਹਿੰਦੇ ਖੱਟ ਰਸ ਕਾ ਨਾ ਸਵਾਦ ਪਛਾਣੇ, ਤੇ ਕਹਿੰਦੇ ਕੱਪੜੇ ਤਨ ਪੜ ਓੜ ਨਾ ਜਾਣੇ। ਹੁਣ ਇਹ ਕੱਪੜਿਆਂ ਦੀ ਵੀ ਪਰਵਾਹ ਨਹੀਂ ਕਰਦੇ, ਜੋ ਮਿਲ ਜਾਂਦਾ ਤਨ ਤੇ ਓੜ ਲੈਂਦੇ ਨੇ। ਕੱਪੜਿਆਂ ਦੀ ਤੇ ਪਹਿਚਾਣ ਹੀ, ਨੰਗੇ ਵੀ ਤੁਰੇ ਫਿਰਦੇ ਨੇ ਪਾ ਕੇ ਕਿਸ਼ਾਰਾ। ਕੱਪੜੇ ਤਨ ਪਰ ਓੜ ਨਾ ਜਾਣੇ। ਤੇ ਇੰਨੀ ਗੱਲ ਹੀ ਨਹੀਂ, ਕਹਿਣ ਲੱਗੇ ਹਮ ਦੁੱਖ ਦੇਵੈਂ, ਕਹਿੰਦੇ ਅਸੀਂ ਬੜੇ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ, ਬੜਾ ਬੜਾ ਦੁੱਖ ਦਿੱਤੇ ਇਹਨਾਂ ਨੂੰ। ਸੋ ਸੁੱਖ ਮਾਨੈ, ਅਸੀਂ ਇਹਨਾਂ ਨੂੰ ਦੁੱਖ ਮੰਨ ਦਿੰਦੇ ਆ, ਇਹ ਦੁੱਖ ਵਿੱਚ ਵੀ ਸੁੱਖ ਮੰਨਦੇ। ਆਹ ਚੜ੍ਹਦੀ ਕਲਾ ਸਿੱਖ ਦੇ ਵਿੱਚ ਆ, ਦੁੱਖ ਵਿੱਚ ਸੁੱਖ ਮਨਾਏ। ਦੁੱਖ ਦਿੱਤਾ ਫਿਰ ਵੀ ਸੁੱਖ ਹੈ। ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁੱਖ ਭੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ, ਦੁੱਖ ਵਿੱਚ ਵੀ ਸੁੱਖ ਹੈ। ਔਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਕਹਿ ਦਿੱਤਾ ਸੀ ਨਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ,
ਦੁੱਖ ਹੈ, ਪਰ ਦੁੱਖ ਵਿੱਚ ਦੁੱਖ ਨੂੰ ਦੁੱਖ ਕਰਕੇ ਮੰਨਦਾ ਨਹੀਂ। ਕਿਉਂ? ਕਿਉਂਕਿ ਤੇਰਾ ਕੀਆ ਮਿੱਠਾ ਲੱਗੇ। ਦੁੱਖ ਇੱਕ ਅਵਸਥਾ ਆ ਜੋ ਮਨ ਤੇ ਪ੍ਰਭਾਵ ਕਰਦੀ ਹੈ। ਅਸੰਗਤ ਬੇਪਰਵਾਹ ਬੰਦਾ ਹੋਵੇ, ਉਹਨੂੰ ਕੋਈ ਕੁਝ ਕਹਿ ਵੀ ਜਾਵੇ, ਕੋਈ ਬੁਰਾ ਭਲਾ ਬੋਲ ਜਾਵੇ, ਉਹ ਪਰਵਾਹ ਨਹੀਂ ਕਰਦਾ, ਕਹਿੰਦਾ ਕੋਈ ਗੱਲ ਨਹੀਂ, ਕਹਿਤਾ ਤਾਂ ਫਿਰ ਕੀ ਹੋ ਗਿਆ। ਕੋਈ ਨਿੰਦਿਆ ਕਰ ਦੇਵੇ, ਉਹ ਕਹਿੰਦਾ ਕੋਈ ਗੱਲ ਨਹੀਂ, ਨਿੰਦੋ ਨਿੰਦੋ ਮੋਕੋ ਨਿੰਦੋ ਲੋਗ, ਨਿੰਦਾ ਜਨ ਕੋ ਕਰੀ ਪਿਆਰੀ। ਕੋਈ ਨਿੰਦਿਆ ਕਰ ਦੇਵੇ, ਸਾਨੂੰ ਗੁੱਸਾ ਆਉਂਦਾ ਨਾ, ਦੁੱਖ ਲੱਗਦਾ। ਕੋਈ ਸਾਨੂੰ ਬੁਰਾ ਕਹਿ ਦੇਵੇ, ਦੁੱਖ ਲੱਗਦਾ। ਪਰ ਇੱਕ ਅਵਸਥਾ ਐਸੀ ਬਣ ਜਾਂਦੀ ਆ ਵੀ ਕੋਈ ਬੁਰਾ ਕਹੇ ਭਾਵੇਂ ਭਲਾ ਕਹੇ, ਹਮ ਤਨ ਦਿਓ ਹੈ ਠਾਰ। ਕੋਈ ਭਾਵੇਂ ਬੁਰਾ ਕਹੀ ਜਾਵੇ, ਭਾਵੇਂ ਭਲਾ ਕਹੀ ਜਾਵੇ, ਕੋਈ ਪਰਵਾਹ ਨਹੀਂ। ਤਾਂ ਉੱਥੇ ਹੈ ਕਿ ਜੇ ਹੁਣ ਕੋਈ ਕਿਸੇ ਨੇ ਕਹਿ ਦਿੱਤਾ, ਮਨ ਦੀ ਅਵਸਥਾ ਵੱਡੀ ਹੈ, ਉੱਚੀ ਹੈ, ਪੋਜ਼ਿਟਿਵ ਐਟੀਟਿਊਡ ਹੈ, ਚੜ੍ਹਦੀ ਕਲਾ ਵਿੱਚ ਮਨ ਸਮਝਦਾ ਹੈ ਇਸ ਗੱਲ ਨੂੰ ਵੀ ਕੋਈ ਗੱਲ ਨਹੀਂ, ਇਹਨੂੰ ਨਹੀਂ ਪਤਾ। ਤੇ ਜੇ ਕੁਝ ਬੁਰਾ ਭਲਾ ਕਹਿ ਵੀ ਦਿੱਤਾ ਤਾਂ ਉਹਨੂੰ ਖਿਮਾ ਕਰ ਦਿੰਦਾ, ਮਾਫ ਕਰ ਦਿੰਦਾ, ਕੋਈ ਪਰਵਾਹ ਨਹੀਂ ਕਰਦਾ, ਕੋਈ ਦੁੱਖ ਨਹੀਂ ਲੱਗਦਾ, ਕੋਈ ਗੱਲ ਨਹੀਂ, ਕੀ ਹੋਇਆ ਫਿਰ ਕੀ ਹੋ ਗਿਆ। ਪਰ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਜਿਹੜਾ ਸਮਝਦਾ ਹੋਵੇ ਵੀ ਇਹ ਬੰਦਾ ਮੈਨੂੰ ਇੰਜ ਕਹਿ ਜਾਵੇ, ਅੰਦਰ ਈਗੋ, ਉਹ ਫਿਰ ਈਗੋ ਦੁੱਖ ਦਿੰਦੀ। ਉਹ ਕਹਿੰਦਾ ਇਹਨੇ ਕਹਿ ਕਿਵੇਂ ਦਿੱਤਾ, ਉਹ ਕਹਿ ਕੇ ਚਲਾ ਵੀ ਗਿਆ ਫਿਰ ਵੀ ਦੁਖੀ ਹੋਈ, ਉਹਨੂੰ ਕਹਿ ਕੇ ਗਏ ਨੂੰ 3-4 ਦਿਨ ਹੋ ਗਏ ਫਿਰ ਵੀ ਦੁਖੀ ਹੋਈ ਜਾਂਦਾ, ਉਹਨੂੰ ਕਹਿ ਕੇ ਗਏ ਨੂੰ ਕੋਈ ਬਹੁਤ ਸਮਾਂ ਹੋ ਜਾਂਦਾ, ਇਹ ਫਿਰ ਵੀ ਉਹ ਗੱਲ ਯਾਦ ਰੱਖਦਾ ਵੀ ਮੈਨੂੰ ਇਹ ਆਖਿਆ ਸੀ, ਤੇ ਉਸ ਗੱਲ ਨੂੰ ਦੇਖ ਕੇ ਦੁਖੀ ਹੋਈ ਜਾਂਦਾ, ਮੈਨੂੰ ਕਹਿ ਕਿਵੇਂ ਦਿੱਤਾ। ਇਹ ਦੁੱਖ ਮਨ ਦੀ ਅਵਸਥਾ ਹੈ। ਔਰ ਮੈਂ ਬੇਨਤੀ ਕਰਾਂ, ਇੱਕ ਮਨੁੱਖ ਜਿਹੜਾ ਬੜਾ ਸੋਲ ਆ, ਸੋਲ ਦਾ ਮਤਲਬ ਇਹ ਆ ਕਿ ਉਹ ਕਦੇ ਗਰਮੀ ਵਿੱਚ ਨਿਕਲਿਆ ਨਾ ਹੋਵੇ, ਧੁੱਪ ਨਾ ਉਹਨੇ ਝੱਲੀ ਹੋਵੇ, ਕਦੇ ਏਸੀ ਵਿੱਚ ਰਹਿੰਦਾ ਹੋਵੇ, ਉਹਨੂੰ 2 ਘੰਟੇ ਧੁੱਪ ਵਿੱਚ ਰਹਿਣਾ ਪਵੇ, ਕਿੰਨਾ ਦੁਖੀ ਹੋਏਗਾ ਨਾ ਦੁਖੀ। ਪਰ ਇੱਕ ਖੇਤਾਂ ਵਿੱਚ ਕੰਮ ਕਰਨ ਵਾਲਾ 8-10 ਘੰਟੇ ਮਜ਼ਦੂਰ ਜਿਹੜਾ ਆ, ਉਹ ਧੁੱਪ ਵਿੱਚ ਕੰਮ ਕਰੀ ਜਾਂਦਾ, ਉਹਨੂੰ ਫਿਰ ਵੀ ਧੁੱਪ ਨਹੀਂ ਲੱਗਦੀ, ਕਿਉਂਕਿ ਉਹਨੇ ਮਨ ਦੀ ਅਵਸਥਾ ਇਹੋ ਜਿਹੀ ਬਣਾ। ਦੁੱਖ ਹੈ, ਐਸਾ ਨਹੀਂ ਉਹਨੂੰ ਦੁੱਖ ਨਹੀਂ ਲੱਗਦਾ, ਪਰ ਉਹ ਦੁੱਖ ਮੰਨਦਾ ਨਹੀਂ। ਪ੍ਰਸ਼ਾਸਨ ਤੁਸੀਂ ਦੇਖਣਾ, ਅਸੀਂ ਕਦੇ ਅੱਗ ਦੇ ਸੇਕ ਤੇ ਨਹੀਂ ਬਹਿੰਦੇ, ਘਰ ਵਿੱਚ ਕੰਮ ਨਹੀਂ ਕਰਦੇ ਸ਼ਾਇਦ, ਪਰ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤੇ ਕਈ ਲੋਕ ਦੇਖੋ ਪਸੀਨੋ ਪਸੀਨੀ ਹੋ ਜਾਂਦੇ, ਅੱਗ ਤੇ ਬੈਠ ਕੇ, ਚੁੱਲ੍ਹੇ ਤੇ ਬਹਿ ਕੇ ਰੋਟੀਆਂ ਪਕਾਉਣ ਦੀਆਂ ਬੀਬੀਆਂ ਸੇਵਾ ਕਰਦੀਆਂ ਹੁੰਦੀਆਂ, ਬੜੇ ਅਮੀਰ ਵੀਰ ਕਰਦੀਆਂ, ਜਿਨ੍ਹਾਂ ਨੇ ਕਦੇ ਰੋਟੀ ਆਪ ਪਕਾਈ ਵੀ ਨਹੀਂ ਹੁੰਦੀ, ਉਹ ਵੀ ਉੱਥੇ ਸੇਵਾ ਕਰਦੀਆਂ ਪਸੀਨੋ ਪਸੀਨੀ, ਪਰ ਉਹਨਾਂ ਨੂੰ ਉੱਥੇ ਦੁੱਖ ਨਹੀਂ ਲੱਗਦਾ, ਦੁਖੀ ਨਹੀਂ ਹੁੰਦੀ, ਕਿਉਂਕਿ ਮਨ ਦੀ ਅਵਸਥਾ ਬਦਲ ਗਈ, ਇਹ ਸੇਵਾ ਕਰ ਰਹੇ। ਤਾਂ ਦੁੱਖ ਮਨ ਦੀ ਅਵਸਥਾ ਆ। ਕਹਿਣ ਲੱਗੇ ਅਸੀਂ ਦੁੱਖ ਦਿੰਦੇ ਇਹਨਾਂ ਨੂੰ, ਫਿਰ ਇਹਨਾਂ ਦੀ ਅਵਸਥਾ ਚੜ੍ਹਦੀ ਕਲਾ ਵਾਲੀ ਇੰਨੀ ਆ ਵੀ ਇਹ ਦੁੱਖ ਮੰਨਦੇ ਨਹੀਂ। ਹਮ ਦੁੱਖ ਦੇਵੈ, ਇਹ ਕੌਣ ਕਹਿ ਰਿਹਾ? ਜ਼ਕਰੀਆ ਖਾਨ ਕਹਿੰਦੇ ਬੜੇ ਦੁੱਖ ਦਿੰਦੇ ਇਹਨਾਂ ਨੂੰ, ਅਸੀਂ ਘਰੋਂ ਕੱਢ ਦਿੱਤਾ, ਜੰਗਲਾਂ ਵਿੱਚ ਭੇਜ ਦਿੱਤਾ, ਇਹਨਾਂ ਨੂੰ ਕੁਝ ਨਹੀਂ ਅਸੀਂ ਦਿੱਤਾ, ਔਰ ਹਰ ਵੇਲੇ ਇਹਨਾਂ ਦੇ ਪਿੱਛੇ ਦੌੜੇ ਰਹਿੰਦੇ, ਭਜਾਈ ਫਿਰਦੇ ਇਹਨਾਂ ਨੂੰ, ਪਰ ਇਹ ਦੁੱਖ ਮੰਨਦੇ ਕੋਈ ਨਹੀਂ ਇਹਨੂੰ। ਹਮ ਦੁੱਖ ਦੇਵੈ ਸੋ ਸੁਖ ਮਾਨੈ, ਇਹ ਦੁੱਖ ਵਿੱਚ ਵੀ ਸੁਖ ਮੰਨਦੇ ਪਏ ਨੇ ਵੀ ਸੁੱਖ ਹੈ। ਇਹ ਰਾਤ ਨੂੰ ਰੋਜ਼ ਪੜ੍ਹਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਅਰਦਾਸ ਕਰਦੇ ਨੇ। ਇਹ ਕਹਿੰਦੇ ਨੇ 4 ਪਹਿਰ ਦਿਨ ਆਇਆ ਸੀ, ਸ਼ਾਮ ਵੇਲੇ ਪਾਠ ਕਰਕੇ ਅਰਦਾਸ ਕਰਦੇ ਨੇ, ਉਹ ਸੁੱਖਾਂ ਦਾ ਬਤੀਤ ਆਇਆ ਹੋਇਆ, ਆ 4 ਪਹਿਰ ਰਾਤ ਆਈ, ਇਹ ਵੀ ਸੁੱਖਾਂ ਦੀ ਬਤੀਤ ਹੋ। ਜ਼ਕਰੀਆ ਖਾਨ ਦੀ ਕੈਦ ਦੇ ਵਿੱਚ, ਮੀਰ ਮਨੂੰ ਦੀ ਕੈਦ ਦੇ ਵਿੱਚ ਸਿੰਘ ਸਿੰਘਣੀਆਂ ਜਦੋਂ ਸਨ, ਤੇ ਉਹ ਇੰਨੀਆਂ ਦੁਖੀ ਹੁੰਦੀਆਂ ਸਨ। ਸਵੇਰ ਵੇਲੇ ਬੱਚਿਆਂ ਨੂੰ ਕੱਟ ਕੇ ਟੋਟੇ ਟੋਟੇ ਕਰਵਾ ਕੇ ਆਪਣੇ ਗਲਾਂ 'ਚ ਹਾਰ ਪਾਉਂਦੀਆਂ, ਸ਼ਾਮ ਨੂੰ ਸੋਦਰ ਦਾ ਪਾਠ ਕਰਕੇ ਕਹਿੰਦੀਆਂ, ਦਿਨ ਤੇਰੇ ਭਾਣੇ ਵਿੱਚ ਵਾਹਿਗੁਰੂ ਸੁੱਖਾਂ ਦਾ ਬਤੀਤ ਹੋਇਆ। ਹਾਂ ਚੜ੍ਹਦੀ ਕਲਾ। ਤੋ ਕਹਿੰਦੇ ਹਮ ਦੁੱਖ ਦੇਵੈ ਸੋ ਸੁਖ ਮਾਨੈ, ਮਾਨ ਅਪਮਾਨ ਕਛੂ ਨਹੀਂ ਜਾਣੈ। ਮਾਨ ਅਪਮਾਨ ਦੀ ਤੇ ਗੱਲ ਹੀ ਕੋਈ ਨਹੀਂ ਕਰਦਾ, ਇਹਨਾਂ ਨੂੰ ਮਾਨ ਅਪਮਾਨ ਨਾਲ ਕੋਈ ਨਹੀਂ, ਕੋਈ ਇਹਨਾਂ ਦਾ ਮਾਨ ਦੀ ਗੱਲ ਹੀ ਕੋਈ ਨਹੀਂ। ਨਾ ਨਿੰਦਿਆ ਨੇ ਉਸਤਤ ਜਾ ਕੇ, ਨਾ ਇਹਨੂੰ ਨਿੰਦਿਆ ਦੀ ਕੋਈ ਗੱਲ ਹੈ, ਨਾ ਉਸਤਤ ਦੀ ਕੋਈ ਗੱਲ ਹੈ, ਮਾਨ ਅਪਮਾਨ ਦੀ ਗੱਲ ਕੋਈ। ਅਗਲੀ ਸਲਾਈਡ ਦੇ ਵਿੱਚ ਕੀ ਕਹਿੰਦੇ ਨੇ? ਕਹਿੰਦੇ ਪੜਤ ਆਨੰਦ। ਹੁਣ ਅਗਲੀ ਗੱਲ ਬੜੀ ਕਮਾਲ ਦੀ ਕੀਤੀ, ਕਹਿੰਦੇ ਆਨੰਦ ਪੜ੍ਹਦੇ ਨੇ, ਭਾਵ ਆਨੰਦ ਸਾਹਿਬ ਪੜ੍ਹਦੇ। ਪੜਤ ਆਨੰਦ ਨਿਕਾਰੈ ਨਿਕਾਹੈ, ਕਹਿਣ ਲੱਗੇ ਆਨੰਦ ਪੜ੍ਹਦੇ ਨੇ। ਜਦੋਂ ਕੋਈ ਨਿਕਾਹ ਹੁੰਦਾ ਇਹਨਾਂ ਦਾ, ਖੁਸ਼ੀ ਦਾ ਸਮਾਂ ਹੁੰਦਾ ਆ, ਹੁਣ ਨਿਕਾਹ ਦਾ ਮਤਲਬ ਆਨੰਦ ਕਾਰਜ। ਆਨੰਦ ਕਾਰਜ ਵਿੱਚ ਖੁਸ਼ੀ ਦੇ ਸਮੇਂ ਦੇ ਵਿੱਚ ਇਹ ਆਨੰਦ ਸਾਹਿਬ ਪੜ੍ਹਦੇ ਨੇ।
ਪਰ ਜਦੋਂ ਕੋਈ ਮ੍ਰਿਤੂ ਹੋ ਜਾਏ ਇਹਨਾਂ ਦੇ ਘਰ ਵਿੱਚ ਮਰ ਜਾਂਦਾ ਆ, ਫਿਰ ਕਹਿੰਦੇ ਫਿਰ ਵੀ ਹਲਵਾ ਬਣਾਉਂਦੇ ਨੇ, ਮਰੇ ਤਾਂ ਹਲਵਾ ਕਰ ਵਰਤਾਵੇਂ, ਫਿਰ ਵੀ ਕੜਾ ਪ੍ਰਸ਼ਾਦਾਂ ਦੀਆਂ ਦੇਗਾ ਬਣਾ ਕੇ ਫਿਰ ਵੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆ ਚੜ੍ਹਦੀ ਕਲਾ। ਕਹਿੰਦੇ ਪੜਤ ਆਨੰਦ ਮਨੰਦ ਨਕਾਹੈ, ਮਰੇ ਤਾਂ ਹਲੂਆ ਕਰ ਵਰਤਾਵੇਂ, ਖੈ ਹੈ ਮਾਤਮ ਤੁਰਤ ਉੱਠੇ ਹੈ। ਕਹਿੰਦੇ ਮਾਤਮ ਨਹੀਂ ਕਰਦੇ, ਭਾਵ ਸੋਗ ਨਹੀਂ ਮਨਾਉਂਦੇ, ਉਹਦੀ ਉੱਠ ਕੱਢਦੇ ਨੇ ਵੀ ਕੋਈ ਗੱਲ ਨਹੀਂ ਵਾਹਿਗੁਰੂ ਤੇਰੇ ਭਾਣੇ ਵਿੱਚ ਤੇਰੀ ਰਜਾ ਵਿੱਚ ਹੋਇਆ ਜੋ ਕੁਝ ਹੋਇਆ। ਸਗੋਂ ਇਹ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਕਹਿੰਦੇ ਸੋਗ ਨਾ ਸਿਆਪਾ ਕਛੂ ਕਰੇ, ਨਾ ਸੋਗ ਕਰਦੇ ਨਾ ਸਿਆਪਾ ਕਰਦੇ ਨੇ ਜਿਵੇਂ ਅੱਜ ਕੱਲ ਲੋਕ ਕਰ ਰਹੇ ਨੇ, ਇਸ ਤਰ੍ਹਾਂ ਨਹੀਂ ਕਰ। ਸੋਗ ਨਾ ਸਿਆਪਾ ਕਛੂ ਕਰੇ ਹੈ, ਜੰਮਨ ਮਰਨਾ ਆਵਣ ਜਾਣੈ। ਕਿਉਂ? ਇਹ ਸਮਝਦੇ ਨੇ ਕਿ ਜੰਮਨ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਕਹਿੰਦੇ ਨੇ ਜੰਮਣਾ ਮਰਨਾ ਤੇ ਉਹਦੇ ਹੁਕਮ 'ਚ ਆ, ਤੇ ਉਹਦੇ ਹੁਕਮ ਨੂੰ ਮੰਨਣਾ ਹੀ ਤੇ ਚੜ੍ਹਦੀ ਕਲਾ ਹੈ। ਜੰਮਣ ਮਰਨਾ ਆਵਣ ਜਾਣੈ, ਇੱਕ ਅਕਾਲ ਕਾ ਭਾਣਾ ਮੰਨੈ। ਇੱਕ ਅਕਾਲ ਪੁਰਖ ਦਾ ਭਾਣਾ ਮੰਨਦੇ ਨੇ ਕਿ ਸਭ ਕੁਝ ਤੇਰੇ ਭਾਣੇ ਵਿੱਚ ਹੋਇਆ। ਕਹਿਣ ਲੱਗੇ ਫਿਰ ਇਹ ਸਾਰੇ ਗੁਣ ਆਏ ਨਾ ਕੁਝ ਕਿਵੇਂ? ਤੇ ਅੱਗੇ ਗਿਆਨੀ ਗਿਆਨ ਸਿੰਘ ਕਹਿਣ ਲੱਗੇ ਗੁਣ ਪਤਾ ਕਿੱਥੋਂ ਆਏ? ਇਹ ਆਏ ਗੁਰੂ ਕੋਲੋਂ। ਅਗਲੀ ਸਲਾਈਡ ਦੇ ਵਿੱਚ ਗੱਲ ਗੁਰੂ ਦੀ ਕੀਤੀ। ਕਹਿਣ ਲੱਗੇ ਇਹਨਾਂ ਦਾ ਇੱਕ ਗੁਰੂ ਹੈ, ਉਸ ਗੁਰੂ ਨੇ ਇਹਨਾਂ ਨੂੰ ਵਲੀ ਕਰ ਦਿੱਤਾ ਹੈ। ਵਲੀ ਦਾ ਮਤਲਬ ਪੀਰ ਬਣਾ ਦਿੱਤਾ ਹੈ। ਉਸ ਮਾਨਨ ਚ ਵਲੀ ਹੁੰਦੇ, ਜਿਵੇਂ ਵਲੀ ਸੀ ਜਿਨ੍ਹਾਂ ਕੋਲ ਸ਼ਕਤੀਆਂ ਹੁੰਦੀਆਂ ਨੇ, ਜਿਹੜੇ ਪੀਰ ਹੁੰਦੇ ਨੇ, ਰੱਬ ਨਾਲ ਜੁੜੇ ਹੁੰਦੇ ਨੇ, ਉਹਨਾਂ ਨੂੰ ਵਲੀ ਕਹਿੰਦੇ। ਤਾਂ ਕਹਿੰਦੇ ਇਹਨਾਂ ਨੂੰ, ਇਹਨਾਂ ਦੇ ਮੁਰਸ਼ਦ ਨੇ, ਮੁਰਸ਼ਦ ਤੋਂ ਭਾਵ ਗੁਰੂ, ਗੁਰੂ ਨੇ ਇਹਨਾਂ ਨੂੰ ਵੀ ਵਲੀ ਬਣਾ ਦਿੱਤਾ ਹੈ। ਭਾਵ ਖਾਲਸੇ ਨੂੰ ਗੁਰੂ ਨੇ ਵੀ ਗੁਰੂ ਖਾਲਸਾ ਬਣਾ ਦਿੱਤਾ ਸੀ, ਵਲੀ ਬਣਾ ਦਿੱਤਾ ਸੀ। तो मुर्शद इनका वली कहायो। ਇਹਨਾਂ ਦੇ ਮੁਰਸ਼ਦ ਨੇ ਇਹਨਾਂ ਨੂੰ ਵਲੀ ਕਰ ਦਿੱਤਾ ਤੇ ਉਹ ਬੜਾ ਵਲੀ ਆਪਣੇ ਆਪ ਨੂੰ ਕਹਾਉਂਦਾ ਹੈ। मुर्शद इनका वली कहायो, इनको आप हयात पिलायो। उस मुर्शद ने भाव गुरु गोबिंद सिंह महाराज ने ਇਹਨਾਂ ਨੂੰ ਆਬੇ ਹਯਾਤ ਭਾਵ ਅੰਮ੍ਰਿਤ ਦੀ ਦਾਤ ਬਖਸ਼ੀ, ਅੰਮ੍ਰਿਤ ਪਿਆਇਆ। ਤਿਸੀ ਸੁਦਾ ਕੇ ਬਲ ਤੇ ਇਹੂ, ਉਸ ਅੰਮ੍ਰਿਤ ਦੀ ਦਾਤ ਦਾ ਹੀ ਬਲ ਇਹਨਾਂ ਕੋਲ ਹੈ। ਉਸ ਅੰਮ੍ਰਿਤ ਦੀ ਦਾਤ ਦਾ ਅੰਮ੍ਰਿਤ ਛਕਣ ਤੋਂ ਬਾਅਦ ਰਹਿਤ ਵੀ ਹੈ। ਤੋ ਸਤਿਗੁਰੂ ਕਹਿੰਦੇ ਨੇ ਕਿ ਤਿਸੀ ਸੁਦਾ ਕੇ ਬਲ ਤੇ ਇਹੂ, ਉਸ ਅੰਮ੍ਰਿਤ ਦੇ ਬਲ ਕਾਰਨ ਹੀ ਇਹਨਾਂ ਕੋਲ ਇਹ ਤਾਕਤਾਂ ਨੇ, ਇਹ ਚੜ੍ਹਦੀ ਕਲਾ ਆ, ਇਹ ਪੋਜ਼ਿਟਿਵ ਐਟੀਟਿਊਡ ਹੈ ਇਹਨਾਂ ਦੇ ਕੋਲ। ਮਰਤ ਨਹੀਂ ਦੁੱਖ ਗਣਤ ਨਾ ਕੇਹੂ। ਕਹਿਣ ਲੱਗੇ ਫਿਰ ਇਹ ਮਰਨ ਵੇਲੇ ਵੀ ਦੁੱਖ ਨਹੀਂ ਜਾਣਦੇ, ਮੌਤ ਦਾ ਵੀ ਭੈ ਨਹੀਂ ਜਾਣਦੇ। ਕਹਿੰਦੇ ਗੋਬਿੰਦ ਸਿੰਘ ਕੀ ਉਮਤ ਹੈ, ਜੇ ਇਹ ਗੁਰੂ ਗੋਬਿੰਦ ਸਿੰਘ ਦੀ ਉਮਤ ਹੈ, ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ। ਅਗਲੀ ਗੱਲ ਜਿਹੜੀ ਕੀਤੀ ਅਗਲੀ ਸਲਾਈਡ ਦੇ ਵਿੱਚ ਕਿ ਇਹ ਫਿਰ ਪੋਜ਼ਿਟਿਵਿਟੀ ਆਈ ਕਿਵੇਂ? ਗੁਰਬਾਣੀ ਦਾ ਇੱਕ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰ। ਸਤਿਗੁਰੂ ਜੀ ਨੇ ਸਿੱਖ ਦੇ ਵਿੱਚ ਇਹ ਬਖਸ਼ਿਸ਼ਾਂ ਭਰੀਆਂ ਤਾਂ ਸਿੱਖ ਇਸ ਤਰ੍ਹਾਂ ਦਾ ਬਣ ਗਿਆ। ਇਹ ਨਾਦਰ ਸ਼ਾਹ ਬੜਾ ਹੈਰਾਨ ਹੋਇਆ, ਤੇ ਜਦੋਂ ਨਾਦਰ ਸ਼ਾਹ ਹੈਰਾਨ ਹੋਇਆ ਨਾ, ਤੇ ਹੈਰਾਨ ਹੋ ਕੇ ਕਹਿਣ ਲੱਗਾ ਫਿਰ ਇਹ ਕੌਮ ਇੱਕ ਸਮਾਂ ਆਊਗਾ ਜਦੋਂ ਰਾਜ ਕਰੇਗੀ। ਇਹਨਾਂ ਕੋਲ ਰਾਜਿਆਂ ਵਾਲੇ ਗੁਣ ਨੇ, ਔਰ ਸੱਚਮੁੱਚ ਉਸ ਤੋਂ ਬਾਅਦ ਰਾਜ ਕੀਤਾ ਸਿੱਖਾਂ ਨੇ। ਪਰ ਜੇ ਅੱਜ ਸਾਡੇ ਕੋਲ ਉਹ ਗੁਣ ਆ ਜਾਣ ਤੇ ਰਾਜ ਦੂਰ ਨਹੀਂ, ਬਸ ਉਹ ਗੁਣ ਹੀ ਦੂਰ ਨੇ ਸਾਡੇ ਤੋਂ। ਅੱਗੇ ਇਹ ਪੋਜ਼ਿਟਿਵਿਟੀ, ਇਹ ਪੋਜ਼ਿਟਿਵ ਐਟੀਟਿਊਡ ਕਿਵੇਂ ਬਣਦਾ ਹੈ? ਇਹ ਸੈਲਫ ਕੌਨਫੀਡੈਂਸ ਕਿਵੇਂ ਆਉਂਦਾ ਹੈ? ਕਾਨੜਾ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ, ਉੱਥੇ ਸਤਿਗੁਰੂ ਜੀ ਕਹਿੰਦੇ ਨੇ ਕਹਿਨ ਕਹਾਵਨ ਕੋ ਕਈ ਕੇਤੇ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੇਤੈ। ਇਹਦਾ ਭਾਵ ਇਹ ਹੈ ਕਿ ਕੋਈ ਵਿਰਲਾ ਹੀ ਸੰਤ, ਐਸੋ ਜਨ ਬਿਰਲੋ ਹੈ ਸੇਵਕ, ਕੋਈ ਐਸਾ ਵਿਰਲਾ ਹੀ ਸੇਵਕ ਜਨ ਹੈ ਜੋ ਤਤ ਵੈਗੁਰੂ ਨੂੰ ਮਿਲਦਾ ਹੈ, ਭਾਵ ਉਹਦਾ ਸੱਚਮੁੱਚ ਨਾਮ ਜਪਦਾ ਹੈ, ਉਹਨੂੰ ਜਾਣ ਲੈਂਦਾ ਆ, ਉਹ ਨਾਲ ਸਾਂਝ ਪਾ ਲੈਂਦਾ ਆ। ਨਹੀਂ ਤੇ ਕਹਿਣ ਕਹਾਉਣ ਨੂੰ ਤੇ ਉੱਤੋਂ ਸਾਰੇ ਗੁਰੂ ਗੁਰੂ ਕਰੀ ਜਾਂਦੇ, ਵੈਗੁਰੂ ਵੈਗੁਰੂ ਸਾਰੇ ਕਹੀ ਜਾਂਦੇ।
ਉਹਨਾਂ ਵਿੱਚ ਕੋਈ ਕਮੀ ਨਹੀਂ। ਮਾਫ ਕਰ ਦੇਣਾ, ਸਮਾਂ ਹੋ ਗਿਆ ਹੈ, ਮੈਨੂੰ ਪਤਾ ਨਹੀਂ ਲੱਗਿਆ ਕਿਉਂਕਿ ਮੇਰੇ ਕੋਲ ਘੜੀ ਖੜੀ ਹੋਈ ਹੈ, ਰੁਕੀ ਹੋਈ ਘੜੀ ਸੀਗੀ, ਮੈਂ ਦੇਖ ਨਹੀਂ ਸਕਿਆ। ਮੈਂ ਹੁਣੇ ਸਮਾਪਤੀ ਕਰਾਂਗਾ ਥੋੜੀ ਦੇਰ ਤੱਕ। तो कहने लगे ऐसो जन बिरलो है सेवक जो तत् जोग को बेते, दुख ना ही सब सुख ही है रे। फिर कहते इन्हां कोले दुख नहीं, सुख ही सुख है। एक ही वैगुरु, दुख ना ही सब सुख ही है रे, एक ही नेते। ते कहने लगे एक ही नेते, भाव नेत्रा नाल एक वैगुरु दिखदा आ। हुण बुरा लगदा कोई नहीं, बुरा नहीं सब भला ही है रे, हार नहीं सब जीते। कहने लगे सोग नहीं सदा हर की है रे, छोड़ नाही किछ लेते, कहो नानक जन हर 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 है। कहने लगे कत आवे कत रमते, हुण आउणा जाना भी खत्म हो गया क्योंकि हुण सब कुछ भला ही भला है, चंगा ही चंगा, बुरा कुछ रह ही नहीं। सो गुरु कृपा करे, विचारदे तो अनेक गलतियां त्रुटियां रह जांदियां ने, ਅਸੀਂ भी पॉजिटिव एक्टिविटी ਦੇ ਵਿੱਚ ਆਈਏ, पॉजिटिव एटीट्यूड ਸਾਡਾ ਬਣੇ। ਪਰ ਬਣੇਗਾ ਕਦੋਂ? ਜਦੋਂ ਸਾਡੇ ਪੱਲੇ ਨਾਮ ਹੋਵੇਗਾ, ਗੁਣ ਹੋਣਗੇ, ਗੁਰਬਾਣੀ ਹੋਵੇਗੀ। ਸੋ ਵਾਹਿਗੁਰੂ ਕਿਰਪਾ ਕਰੇ ਅਸੀਂ ਸਾਰੇ ਗੁਰਬਾਣੀ ਨਾਲ ਜੁੜੀਏ, ਮਨੋਂ ਜੁੜੀਏ, ਤੇ ਜਿਸ ਦਿਨ ਇਹ ਬਖਸ਼ਿਸ਼ ਹੋਵੇ ਸਮਝ ਲੈਣਾ ਕਿ ਸਾਡਾ ਸਾਰਾ ਕੰਮ ਸਾਰਥਕ ਹੈ। ਸਮੂਹ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬਹੁਤ ਹੀ ਆਨੰਦਮਈ ਵਿਸ਼ਾ ਲਿਆ ਜੀ, ਤੇ ਬਹੁਤ ਹੀ ਜ਼ਿਆਦਾ ਡੂੰਘੀਆਂ ਗੱਲਾਂ ਸਾਨੂੰ ਬਹੁਤ ਹੀ ਚੰਗੇ ਤੇ ਸਰਲ ਸ਼ਬਦਾਂ ਵਿੱਚ ਸਮਝਾਇਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਅਤੇ ਜੁੜੇ ਸਾਰੇ ਪਾਰਟਿਸਪੈਂਟ ਵੱਲੋਂ। ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਕੁਝ ਬੱਚਿਆਂ ਦੇ ਹੈਂਡ ਰੇਜ਼ ਨੇ, ਜੇਕਰ ਉਹਨਾਂ ਦੇ ਕੋਈ ਕੁਐਸਚਨ ਹੋਣਗੇ ਤਾਂ ਉਹ ਆਪ ਜੀ ਕੋਲੋਂ ਪੁੱਛਣਗੇ। ਕਿਰਪਾ ਕਰਕੇ ਆਨਸਰ ਕਰਨਾ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬਾਣੀ ਨਾਲ ਜੀ ਸਾਡੇ 'ਚ ਪੋਜ਼ਿਟਿਵ ਐਟੀਟਿਊਡ ਆਉਂਦਾ ਗਾ, ਕਿਉਂਕਿ ਅਸੀਂ ਆਪਦੇ ਭਲੇ ਬਾਰੇ ਜਦੋਂ ਸੋਚਦੇ ਹਾਂ ਤਾਂ ਅਸੀਂ ਦੂਸਰੇ ਦੇ ਭਲੇ ਬਾਰੇ ਵੀ ਸੋਚਣ ਲੱਗ ਜਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਉਹ ਵਾਲੀ ਸਲਾਈਡ ਸ਼ੋ ਕਰ ਦੋ, ਸੋਵਤ ਖੜੇ ਰਹੇ ਔਰ ਸੋਗ ਸਿਆਪਾ ਵਾਲੀ। ਜੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਫਤਿਹ ਜੀ। ਸਰ ਮੈਂ ਤੁਹਾਡੇ ਤੋਂ ਪੁੱਛਣਾ ਸੀ ਜੀ, ਅੱਜ ਕੱਲ ਦੇ ਟਾਈਮ 'ਚ ਕੋਈ ਜਦੋਂ ਸਾਨੂੰ ਡੀਮੋਟੀਵੇਟ ਕਰਦਾ ਜਾਂ ਕੁਝ ਗਲਤ ਕਹਿੰਦਾ ਤਾਂ ਸਾਨੂੰ ਉਦੋਂ ਹੀ ਗੁੱਸਾ ਆ ਜਾਂਦਾ, ਆਪਾਂ ਉਦੋਂ ਵੀ ਪੋਜ਼ਿਟਿਵ ਕਿੱਦਾਂ ਰਹਿ ਸਕਦੇ ਹਾਂ? ਇਹ ਤੇ ਮਨ ਦੀ ਪ੍ਰੈਕਟਿਸ ਹੈ ਨਾ ਜੀ। ਤੇ ਤੁਸੀਂ ਜਦੋਂ ਗੁਰਬਾਣੀ ਪੜ੍ਹੋਗੇ, ਗੁਰਬਾਣੀ ਤੁਹਾਡੇ ਮਨ ਨੂੰ ਸਟਰੋਂਗ ਕਰੇਗੀ ਹੌਲੀ ਹੌਲੀ, ਫਿਰ ਤੁਹਾਨੂੰ ਗੁੱਸਾ ਨਹੀਂ ਆਏਗਾ। ਔਰ ਕੋਸ਼ਿਸ਼ ਕਰੋ ਉਦੋਂ ਗੁਰੂ ਨੂੰ ਯਾਦ ਕਰੋ, ਉਦੋਂ ਸਾਡੇ ਇਤਿਹਾਸ ਨੂੰ ਯਾਦ ਕਰੋ ਵੀ ਉਹ ਸਿੰਘਾਂ ਨੇ ਕਿਵੇਂ ਗੁੱਸਾ ਨਹੀਂ ਕੀਤਾ। ਉਹਨਾਂ ਨੂੰ ਯਾਦ ਕਰੋ, ਜਿਹੜੇ ਸਾਡੇ ਪੋਜ਼ਿਟਿਵ ਕਰੈਕਟਰ ਨੇ ਸਾਡੇ, ਜਿਹੜੇ ਉਹਨਾਂ ਨੂੰ ਯਾਦ ਕਰੋ। ਉਸ ਵਕਤ ਯਾਦ ਕਰਕੇ ਉਹਨਾਂ ਦਾ ਖਿਆਲ ਆਪਣੇ ਮਨ 'ਚ ਲਿਆ ਕੇ ਗੁੱਸੇ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਹਾਂਜੀ ਬਾਬਾ ਜੀ, ਜਿਹੜਾ ਤੁਸੀਂ ਕਿਹਾ ਸੀਗਾ ਸਕਾਰਾਤਮਕ ਰਵੱਈਆ, ਇਸ ਤੇ ਅਰਥ ਇੱਕ ਵਾਰ ਹੋਰ ਸਮਝਾ ਦਿਓ ਬਾਬਾ ਜੀ। ਸਕਾਰਾਤਮਕ ਰਵੱਈਆ ਹੁੰਦਾ ਹੈ, ਇੱਕ ਹੁੰਦਾ ਨਕਾਰਾਤਮਕ, ਇੱਕ ਹੁੰਦਾ ਸਕਾਰਾਤਮਕ। ਸਕਾਰਾਤਮਕ ਦਾ ਮਤਲਬ ਹੁੰਦਾ ਚੰਗਾ, ਜਿਹੜਾ ਸਿੱਧੇ ਪਾਸੇ ਲੈ ਕੇ ਜਾਵੇ, ਜਿਹੜਾ ਵਧੀਆ ਹੋਵੇ, ਜਿਹੜਾ ਗੁੱਡ ਹੋਵੇ, ਸਾਡੇ ਜੀਵਨ ਲਈ ਬੈਸਟ ਹੋਵੇ, ਸਾਡੀ ਤਰੱਕੀ ਲਈ ਬੈਸਟ ਹੋਵੇ, ਉਹਨੂੰ ਸਕਾਰਾਤਮਕ ਕਹਿੰਦੇ ਆ। ਠੀਕ ਹੈ ਜੀ, ਜਿਹੜਾ ਗੁੱਡ ਹੋਵੇ, ਚੰਗਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਨੈਕਸਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ, ਤੁਸੀਂ ਦੱਸਿਆ ਸੀਗਾ ਚੜ੍ਹਦੀ ਕਲਾ ਦਾ ਮੀਨਿੰਗ, ਚੜ੍ਹਦੀ ਦਾ ਮੀਨਿੰਗ ਹੁੰਦਾ ਉਦਮ, ਤੇ ਜੀ ਕਲਾ ਦਾ ਕੀ ਮੀਨਿੰਗ ਹੈ? ਚੜ੍ਹਦੀ ਦਾ ਮਤਲਬ ਹੁੰਦਾ ਉੱਤਮ, ਉੱਤਮ ਦਾ ਮਤਲਬ ਸ੍ਰੇਸ਼ਟ, ਵਧੀਆ, ਸਭ ਤੋਂ ਉੱਚਾ, ਪੋਜ਼ਿਟਿਵਿਟੀ ਵੱਲ। ਤੇ ਕਲਾ ਦੇ ਅਰਥ ਹੁੰਦੇ ਨੇ ਸ਼ਕਤੀ, ਊਰਜਾ, ਪਾਵਰ, ਤਾਕਤ, ਹਨਾ, ਇਹ ਸਾਰੇ ਅਰਥ ਹੁੰਦੇ ਨੇ। ਫਿਰ ਇਹਦਾ ਆਰਟ ਵੀ ਹੁੰਦਾ, ਕਲਾ ਦਾ ਆਰਟ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਨੈਕਸਟ ਜੀ। ਅਵਤਾਰ ਸਿੰਘ। ਵਾਹਿਗੁਰੂ ਜੀ। ਵੀਰ ਜੀ ਤੁਸੀਂ
ਤੁਸੀਂ ਨਾ ਗੁਣਾਂ ਬਾਰੇ ਗੱਲ ਕਰ ਰਹੇ ਸੀ ਵੀ ਸਾਡੇ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ, ਨਾਮ ਦੱਸ ਦਿਓ ਉਹਨਾਂ ਦੇ। ਗੁਣ ਜਿਹੜੇ ਹੋਣੇ ਚਾਹੀਦੇ, ਗੁਣ ਸਾਡੇ ਚ ਬਹੁਤ ਬਹੁਤ ਚਾਹੀਦੇ ਨੇ ਜੀ। ਹਰ ਕੰਮ ਲਈ ਕੋਈ ਨਾ ਕੋਈ ਗੁਣ ਚਾਹੀਦਾ ਹੁੰਦਾ ਹੈ। ਜਿਸ ਕੰਮ ਲਈ ਜਿਹੜਾ ਗੁਣ ਚਾਹੀਦਾ ਉਹਨੂੰ ਉੱਥੇ ਵਰਤੀਦਾ ਹੈ। ਪਰ ਮੁੱਖ ਜਿਹੜੇ ਗੁਣ ਨੇ ਸਾਡੇ ਉਹ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ, ਸੰਜਮ। ਇਹ ਗੁਣ ਨੇ। ਸਤ ਦਾ ਮਤਲਬ ਪਰਮਾਤਮਾ ਨਾਲ ਜੁੜਨਾ ਤੇ ਸੱਚ ਬੋਲਣਾ, ਇਹ ਗੁਣ ਨੇ। ਠੀਕ ਹੈ ਜੀ। ਧੀਰਜ ਹੋਣਾ ਚਾਹੀਦਾ, ਹੌਸਲਾ ਹੋਣਾ ਚਾਹੀਦਾ ਆ। ਸੰਜਮ ਦਾ ਮਤਲਬ ਸੰਤੋਖੀ ਹੋਣਾ ਚਾਹੀਦਾ ਆ। ਸਾਨੂੰ ਖਾਣ ਵੇਲੇ ਸੋਚਣਾ ਚਾਹੀਦਾ ਕੀ ਨਹੀਂ ਖਾਣਾ ਕੀ ਨਹੀਂ। ਉਹ ਸੰਤੋਖ ਦਾ ਗੁਣ ਉੱਥੇ ਕੰਮ ਕਰਦਾ ਆ। ਸਾਡੇ ਮਨ ਦੀ ਅਵਸਥਾ ਨੂੰ ਠੀਕ ਕਰਦਾ ਆ। ਇਸ ਤਰ੍ਹਾਂ ਬਹੁਤ ਗੁਣ ਨੇ ਜਿਹੜੇ ਗੁਰਬਾਣੀ ਨੇ ਸਾਨੂੰ ਦਿੰਦੀ ਹੈ। ਜਲਦੀ ਉੱਠਣ ਦਾ ਗੁਣ, ਅੰਮ੍ਰਿਤ ਵੇਲਾ, ਇਹ ਸਾਰੇ ਗੁਣ ਹੀ ਨੇ ਜਿਹੜੇ ਚੰਗੀਆਂ ਆਦਤਾਂ ਨੇ ਸਾਡੀਆਂ, ਜਿਹੜੀਆਂ ਸਾਨੂੰ ਸਮਾਜ ਵਿੱਚ ਚੰਗਾ ਬਣਾਉਂਦੀਆਂ ਨੇ ਤੇ ਗੁਰੂ ਦੀ ਨਿਗਾਹ ਵਿੱਚ ਚੰਗਾ ਬਣਾਉਂਦੀਆਂ ਨੇ। ਉਹ ਸਾਰੀਆਂ ਆਦਤਾਂ ਗੁਣ ਹੀ ਹੁੰਦੇ ਨੇ। ਜਿਵੇਂ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਗੁਣ ਹੋ ਗਿਆ, ਪਾਠ ਕਰਨ ਦਾ ਗੁਣ ਹੋ ਗਿਆ, ਇਹ ਸਾਰੇ ਗੁਣ ਨੇ ਜਿਹੜੇ ਗੁਰੂ ਨੂੰ ਚੰਗੇ ਲੱਗਦੇ। ਉਹ ਸਾਰੇ ਗੁਣ ਜਿਹੜੇ ਗੁਰੂ ਨੂੰ ਚੰਗੇ ਨਹੀਂ ਲੱਗਦੇ ਉਹ ਔਗਣ। ਇਸੇ ਤਰ੍ਹਾਂ ਜਿਹੜੇ ਸਮਾਜ ਨੂੰ ਚੰਗੇ ਲੱਗਦੇ ਨੇ, ਜਿਵੇਂ ਸਮਾਜ ਵਿੱਚ ਚੰਗੀ ਤਰ੍ਹਾਂ ਰਹਿਣਾ, ਤੁਸੀਂ ਚੰਗਾ ਬੋਲਣਾ, ਮਿੱਠਾ ਬੋਲਣਾ, ਉਹ ਸਾਰੇ ਗੁਣ ਸਮਾਜ ਨੂੰ ਚੰਗੇ ਲੱਗਣ ਵਾਲੇ ਵੀ ਗੁਣ ਹੁੰਦੇ ਨੇ। ਇਹ ਸਾਰੇ ਗੁਣ ਹੁੰਦੇ ਨੇ ਜਿਹੜੀਆਂ ਚੰਗੀਆਂ ਆਦਤਾਂ ਵਾਲੇ ਹੋਣ। ਹਾਂਜੀ, ਇਹ ਸਾਰੇ ਸਾਨੂੰ ਗੁਰਬਾਣੀ ਚੋਂ ਮਿਲਦੇ ਨੇ। ਹਾਂਜੀ, ਨੈਕਸਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰ ਮੇਰਾ ਕੁਐਸਚਨ ਇਹ ਹੈ, ਜਿਹੜੇ ਤੁਸੀਂ ਸਾਨੂੰ ਫਰਮਾਨ ਦੱਸੇ ਨੇ ਸ਼ਬਦ ਪੜਿਤ ਆਨੰਦ ਮਨਿੰਦਰ ਨਕਾਹ ਹੈ, ਇਹ ਕਿਸ ਪੁਸਤਕ ਵਿੱਚੋਂ ਲਏ ਗਏ ਨੇ ਜੀ? ਅੱਛਾ, ਇਹ ਜਿਹੜੇ ਨੇ ਗਿਆਨੀ ਗਿਆਨ ਸਿੰਘ ਪ੍ਰਾਚੀਨ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਪ੍ਰਾਚੀਨ ਪੰਥ ਪ੍ਰਕਾਸ਼ ਹੈ। ਇਹ ਇਤਿਹਾਸ ਲਿਖਿਆ ਕਵਿਤਾ ਦੇ ਰੂਪ ਵਿੱਚ। ਆਨਸਰ ਸਾਨੂੰ ਕਵਿਤਾ ਦੇ ਰੂਪ ਵਿੱਚ ਆਨਲਾਈਨ ਅਵੇਲੇਬਲ ਹੋ ਪਾਏਗਾ? ਹੋ ਪਾਏਗਾ ਜੀ। ਪ੍ਰਾਚੀਨ ਪੰਥ ਪ੍ਰਕਾਸ਼ ਲਿਖ ਲਓ, ਪ੍ਰਾਚੀਨ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ। ਵਾਹਿਗੁਰੂ ਜੀ, ਸਾਰੇ ਕੁਐਸਚਨਸ ਮੇ ਵੀ ਕੰਪਲੀਟ ਹੋ ਚੁੱਕੇ ਹਨ। ਸੋ ਜੇਕਰ ਹੁਣ ਚੈਟ ਬਾਕਸ ਓਪਨ ਹੈ ਜੀ। ਕੈਂਪ ਦੀ ਸਮਾਪਤੀ ਹੈ ਜੀ। ਇੱਥੇ ਸਾਰੇ ਪਾਰਟਿਸਿਪੈਂਟ ਆਪਣੀ ਹਾਜ਼ਰੀ ਲਗਵਾ ਕੇ ਲੀਵ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ, ਮੈਨੂੰ ਟਾਈਮ ਦਾ ਨਾ ਭੁਲੇਖਾ ਪੈ ਗਿਆ ਸੀ ਅੱਜ, ਇਸ ਲਈ ਮੈਂ ਮਾਫੀ ਚਾਹੁੰਦਾ ਹਾਂ ਕਿ ਘੜੀ ਮੇਰੀ ਖਰਾਬ ਹੋ ਗਈ ਸੀਗੀ। ਔਰ ਸਾਰੇ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।